ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਹੋਰ ਸੁਣਾਓ ਕੀ ਹਾਲ ਚਾਲ ਹੋ? ਬਹੁਤ ਵਧੀਆ ਜੀ। ਸਭ ਤੋਂ ਪਹਿਲਾਂ ਤਾਂ ਤੁਹਾਡਾ ਚੈਨਲ ਦਾ ਬਹੁਤ-ਬਹੁਤ ਧੰਨਵਾਦ ਜੀ, ਜਿਹੜਾ ਤੁਸੀਂ ਹਰ ਵਾਰੀ ਸਾਡੀ ਕਵਰਿੰਗ ਕਰਦੇ ਹੋ। ਔਰ ਜਦੋਂ ਤੁਸੀਂ ਕੰਮ ਸ਼ੁਰੂ ਕੀਤਾ ਸੀ ਔਰ ਉਸ ਟਾਈਮ ਤੋਂ ਹੀ ਤੁਸੀਂ ਆ ਰਹੇ ਹੋ। ਅੱਛਾ, ਬਾਕੀ ਠੰਡ ਦੇ ਟਾਈਮ 'ਚੋਂ ਅਸੀਂ ਖੜੇ ਹਾਂ ਜੀ। ਅੱਜ ਸਾਨੂੰ 179 ਦਿਨ ਹੋ ਗਏ, 179 ਦਿਨ ਹੋ ਗਏ ਜੀ। ਮੈਂ ਦੇਖ ਰਹੀ ਹਾਂ ਅੱਜ ਅੰਬ ਦੇ ਦਰਖਤ ਦੇ ਨੀਚੇ ਜਿਹੜੀ ਆ ਛਾਂ ਦਾ ਆਨੰਦ ਮਾਣਿਆ ਜਾ ਰਿਹਾ। ਇੱਥੇ ਤੁਸੀਂ ਖੜੇ ਹੋ, ਜਿਸ ਤਰੀਕੇ ਨਾਲ ਧੁੱਪ ਕਾਫੀ ਤਿੱਖੀ ਆ ਤੇ ਕਿਵੇਂ ਹੁਣ ਜਿੰਨੇ ਲੋਕ ਪਹਿਲਾਂ ਆਉਂਦੇ ਸੀ ਉਹਨੇ ਆਉਂਦੇ ਨੇ ਇੱਥੇ ਉਹਨੇ? ਉਨੇ ਆਉਂਦੇ ਨੇ, ਕਿਉਂਕਿ ਅੱਜ ਇੱਕ ਤਾਂ ਛੁੱਟੀ ਕਰਕੇ ਥੋੜਾ ਜਿਹਾ ਘੱਟ ਹੈਗਾ, ਇੱਕ ਲੋਕਡਾਊਨ ਕਰਕੇ ਜਿਹੜਾ ਵੀਕਐਂਡ ਕਰਕੇ ਸ਼ਨੀ ਔਰ ਐਤਵਾਰ ਦਾ ਅਸੀਂ ਮੰਨ ਲਓ ਥੋੜਾ ਜਿਹਾ ਬੰਦ ਕੀਤਾ ਹੋਇਆ ਸੀਗਾ। ਅਸੀਂ ਵੈਸੇ ਪਹਿਲਾਂ ਤਾਂ 4 ਤੋਂ 8 ਵਜੇ ਤੱਕ ਖੜ੍ਹਦੇ ਸੀ, ਹੁਣ ਅਸੀਂ 5 ਵਜੇ ਤੋਂ ਲੈ ਕੇ 6 ਵਜੇ ਤੱਕ ਖੜ੍ਹਦੇ ਹਾਂ। ਪਰ ਅੱਜ ਅਸੀਂ ਸਾਡੀ ਸੰਗਤ ਕਾਫੀ ਹੋਰ ਆ ਜਾਣੀ ਆ, ਅਜੇ ਤਾਂ ਮੰਨ ਲਓ ਸ਼ੁਰੂਆਤ ਹੀ ਹੈ। ਤੇ ਬਾਕੀ ਹੁਣ ਤੁਸੀਂ ਵੇਖ ਹੀ ਰਹੇ ਹੋ ਵੀ ਕਿੱਦਾਂ ਮੌਸਮ ਗਰਮੀ ਦੇ ਵਿੱਚ, ਪਹਿਲਾਂ ਅਸੀਂ ਠੰਡ ਵਿੱਚ ਖੜੇ ਆ ਤੇ ਹੁਣ ਗਰਮੀ ਦੇ ਵਿੱਚ ਵੀ ਡਟੇ ਰਵਾਂਗੇ। ਬਿਲਕੁਲ, ਸਟਾਰਟਿੰਗ ਤੋਂ ਤੁਸੀਂ ਵੀ ਖੜੇ ਹੋ ਪਹਿਲੇ ਦਿਨ ਤੋਂ ਬਾਅਦ ਕਿੰਨਾ ਕੁ ਬਦਲਾਅ ਦੇਖਿਆ ਜੇ ਇੱਥੋਂ ਦੀ ਗੱਲ ਕਰੀਏ, ਇੱਥੇ ਲੋਕਾਂ ਦੇ ਬਿਹੇਵ 'ਚ ਜਾਂ ਲੋਕਾਂ ਦੇ ਆਉਣ ਵਿੱਚ? ਬਦਲਾਅ ਬਹੁਤ ਹੈ ਜੀ। ਮੰਨ ਲਓ ਜਿਵੇਂ ਅਸੀਂ ਪਹਿਲਾਂ ਮੰਨ ਲਓ ਇੱਕ ਦੋ ਦੋ ਬੰਦੇ ਕਰਦੇ ਕਰਦੇ ਅੱਜ ਘੱਟ ਤੋਂ ਘੱਟ 70 80 ਬੰਦੇ 100 ਵੀ ਹੋ ਜਾਂਦੇ। ਕੋਈ ਕਿਉਂਕਿ ਡਿਊਟੀਆਂ ਵਾਲੇ ਨੇ, ਕੋਈ ਪਹਿਲਾਂ ਆ ਗਿਆ 10 ਮਿੰਟ, ਕੋਈ ਬਾਅਦ ਦੇ ਵਿੱਚ ਆ ਗਿਆ। ਔਰ ਸਾਡੇ ਨਾਲ ਡਟੇ ਖੜੇ ਆ, ਬੀਬੀਆਂ ਭੈਣਾਂ ਬਜ਼ੁਰਗ ਸਾਡੇ ਆਉਂਦੇ ਆ। ਬਾਕੀ ਸਾਡਾ ਇਹ ਜਦੋਂ ਅਸੀਂ ਖੜੇ ਸਾਂ ਇਸੇ ਚੌਂਕ ਦੇ ਵਿੱਚ, ਪੰਜਾਬ ਦੇ ਵਿੱਚੋਂ ਜਦੋਂ ਐਂਟਰੀ ਹੁੰਦੀ ਆ ਸਭ ਤੋਂ ਪਹਿਲਾਂ ਇੱਥੇ ਆਉਂਦੀ ਆ। ਔਰ ਸਾਨੂੰ ਇੰਨਾ ਹੰਗਾਰਾ, ਘੱਟ ਤੋਂ ਘੱਟ 90% ਲੋਕ ਸਾਨੂੰ ਮੰਨ ਲਓ ਹੰਗਾਰਾ ਦੇ ਕੇ ਜਾਂਦੇ, ਮੰਨ ਲਓ ਬਾਏ ਕਰਕੇ ਜਾਂਦੇ ਆ। ਪਤਾ ਲੱਗਦਾ ਵੀ ਸਾਡੇ ਨਾਲ ਦੁਨੀਆ ਕਿੰਨੀ ਕੁ ਖੜੀ ਹੈ ਜੀ। ਬਾਕੀ ਜਿੰਨੇ ਕੁ ਤੁਹਾਡਾ ਫਰੈਂਡ ਸਰਕਲ ਹੋਏਗਾ, ਦੋਸਤ ਮਿੱਤਰ ਜੋ ਤੁਹਾਨੂੰ ਜਾਣਦੇ ਨੇ, ਉਹਨਾਂ ਦੇ ਵਿੱਚੋਂ ਵੀ ਲੋਕਾਂ ਨੇ ਜ਼ਿਆਦਾ ਸਾਥ ਦੇਣਾ ਸਟਾਰਟ ਕੀਤਾ ਤੁਹਾਨੂੰ ਦੇਖ ਕੇ, ਜਾਂ ਤੁਹਾਨੂੰ ਕੀ ਲੱਗਾ ਹੋਵੇ ਕਿ ਹੁਣ ਤੱਕ ਜਿੰਨੇ ਕੁ ਲੋਕਾਂ ਨੇ ਤੁਹਾਨੂੰ ਦੇਖਿਆ, ਆਬਜ਼ਰਵ ਕੀਤਾ, ਆਣਾ ਸਟਾਰਟ ਕੀਤਾ ਹੋਵੇ ਕਿਸੇ ਨੇ ਦੇਖਦਿਆਂ? ਕੀਤਾ ਜੀ, ਕੀਤਾ। ਜਿਵੇਂ ਜਿਵੇਂ ਸਾਨੂੰ ਪਰ ਲੋਕਾਂ ਨੂੰ ਪਤਾ ਲੱਗਦਾ ਵੀ ਸਾਡੇ ਸਾਥੀ ਖੜੇ ਨੇ, ਕਈਆਂ ਨੂੰ ਤਾਂ ਅਜੇ ਤਾਈਂ ਵੀ ਨਹੀਂ ਪਤਾ ਵੀ ਤੁਸੀਂ ਕੀ ਕਰ ਰਹੇ ਹੋ। ਮੰਨ ਲਓ ਇਹ ਪਤਾ ਹੋਣਾ ਚਾਹੀਦਾ ਵੀ ਇਹ ਕੀ ਕਾਨੂੰਨ ਨੇ, ਕਾਹਦੇ ਵਾਸਤੇ ਅਸੀਂ ਖੜੇ ਹਾਂ, ਜਿੱਤ ਵਾਸਤੇ ਖੜੇ ਹਾਂ ਅਸੀਂ। ਕਈ ਤਾਂ ਲੋਕ ਕਹਿੰਦੇ ਵੀ ਇਕੱਲੇ ਕਿਸਾਨਾਂ ਦਾ ਹੀ ਮੁੱਦਾ, ਕਿਸਾਨਾਂ ਦਾ ਨਹੀਂ, ਸਾਡੇ ਸਾਰਿਆਂ ਧਰਮਾਂ ਦਾ ਹੀ ਮੁੱਦਾ ਹੈਗਾ। ਮੰਨ ਲਓ ਜਿੰਨੀਆਂ ਵੀ ਮੰਨ ਲਓ ਜਾਂ ਕਿਸਾਨ ਹੋਏ ਜਾਂ ਦੁਕਾਨਦਾਰ ਹੋਏ, ਗਰੀਬ ਮਜ਼ਦੂਰ, ਸਾਰਿਆਂ ਦਾ ਇਕੱਠਿਆਂ ਦਾ ਹੈ। ਔਰ ਰਲ ਕੇ ਜਿੰਨਾ ਵੀ ਹੰਗਾਰਾ, ਇਕੱਠ ਦੇ ਵਿੱਚ ਇਕੱਠ ਹੈ। ਜੇ ਅਸੀਂ ਇਕੱਠੇ ਹਾਂ ਸਾਰੇ ਭੈਣ ਭਰਾ, ਤੇ ਅਸੀਂ ਮੋਰਚਾ ਵੀ ਜ਼ਰੂਰ ਜਿੱਤਾਂਗੇ ਅਸੀਂ। ਹਾਂਜੀ, ਉੱਥੇ ਨਾ ਹੁਣ ਕਾਲਸ ਆ ਰਹੀਆਂ ਨੇ ਅਲੱਗ-ਅਲੱਗ ਜਿਹੜੀਆਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ, ਚਾਹੇ 5 ਤਰੀਕ ਦੀ ਕਾਲ ਸੀ, ਉਸ ਤੋਂ ਬਾਅਦ 7 ਤਰੀਕ ਦੀ ਕਾਲ ਆ, 10 ਦੀ ਕਾਲ ਆ। ਕਿਵੇਂ ਦੇਖਦੇ ਹੋ ਉਸ ਪੂਰੀ ਚੀਜ਼ ਨੂੰ? ਕਿਉਂਕਿ ਅੰਦੋਲਨ ਬੜਾ ਤਿੱਖਾ ਹੋ ਰਿਹਾ, ਜਿਸ ਤਰੀਕੇ ਤੁਸੀਂ ਕਿ ਤੁਹਾਨੂੰ ਦੇਖਦੇ ਹੋ ਬਹੁਤ ਸਾਰੇ ਲੋਕ ਨਾਲ ਜੁੜੇ ਨੇ। ਕਿੰਨਾ ਕੁ ਲੰਬਾ ਇਹ ਚੱਲ ਸਕਦਾ ਆ ਅੰਦੋਲਨ ਅਜੇ ਹੋਰ, ਕਿ ਸਰਕਾਰਾਂ ਦੇ ਵੱਲੋਂ ਜਿਹੜੀ ਜੂ ਕਿਉਂ ਨਹੀਂ ਸਰਕ ਰਹੇ ਉਹਦੇ ਸਿਰ ਤੇ? ਸਰਕਾਰਾਂ ਦੇ ਹੀ ਤਾਂ ਅਸੀਂ ਵੀ ਕਹਿੰਦੇ ਅੱਜ ਮੰਨ ਕੇ ਲਓ 6 ਮਹੀਨੇ, ਸਾਨੂੰ ਵੀ ਕੱਲ ਨੂੰ 6 ਮਹੀਨੇ ਪੂਰੇ ਹੋ ਜਾਣੇ ਨੇ। ਔਰ ਜਿਹੜੀ ਉੱਥੇ 26 ਤਰੀਕ ਤੋਂ ਉਹਨਾਂ ਨੂੰ 6.5 ਮਹੀਨੇ ਦੇ ਕਰੀਬ ਹੋ ਚੱਲਿਆ ਹੈਗਾ। ਵੀ ਸਰਕਾਰਾਂ ਨੂੰ ਚਾਹੀਦਾ ਹੈਗਾ ਵੀ ਸਾਡੇ ਬਜ਼ੁਰਗ ਭੈਣ ਭਰਾ ਇੰਨੇ ਖੜੇ ਨੇ, ਸੰਘਰਸ਼ 'ਚ ਡਟੇ ਖੜੇ ਨੇ, ਪਿੱਛੇ ਹਟਣ ਵਾਲੇ ਤਾਂ ਹੈ ਨਹੀਂ। ਇਹ ਇਹਨਾਂ ਨੂੰ ਐ ਸੀ ਵੀ ਚੱਲ ਮਹੀਨਾ 2 ਮਹੀਨੇ ਚੱਲੇਗਾ, ਇਹ ਬੜਾ ਲੰਬਾ ਚੱਲ ਸਕਦਾ। ਪਰ ਜੇ ਸਰਕਾਰਾਂ ਚਾਹਣ ਤੇ ਇਹਨੂੰ ਰੱਦ ਵੀ ਕਰ ਸਕਦੀਆਂ ਨੇ। ਹਾਂਜੀ ਹਾਂਜੀ। ਪਰ ਕੀ ਲੱਗਦਾ, ਕੋਈ ਚੀਜ਼ ਲੱਗਦਾ ਕਿ ਜਿਸ ਚੀਜ਼ ਨੇ ਸਰਕਾਰਾਂ ਨੂੰ ਰੋਕਿਆ ਹੋਇਆ ਆ ਕਿ ਨਹੀਂ ਕਾਨੂੰਨ ਨਹੀਂ ਰੱਦ ਕਰਨੇ? ਸਰਕਾਰਾਂ ਨੂੰ ਚਾਹੀਦਾ, ਹੁਣ ਸਰਕਾਰਾਂ ਆਪ ਨਹੀਂ ਕੋਈ ਕਰਦੇ। ਜਿਹੜੇ ਮੰਨ ਲਓ ਉਤਲੇ ਬੰਦੇ ਚਲਾ ਰਹੇ ਹੈਗੇ, ਅਡਾਨੀਆਂ ਬੰਨੀਆਂ ਦਾ ਹੀ ਇਹਨਾਂ ਦਾ ਵਿੱਚ ਹੱਥ ਹੈ। ਜੇ ਆਪ ਕੀ ਨਹੀਂ ਕਰ ਸਕਦੇ, ਸਰਕਾਰਾਂ ਕੀ ਨਹੀਂ ਕਰ ਸਕਦੀਆਂ? ਸਾਰਾ ਕੁਝ ਹੋ ਸਕਦਾ ਜੇ ਮੰਨ ਕੇ ਚਲੋ ਦੇਖਣ ਵੀ ਅਸੀਂ ਬਜ਼ੁਰਗ, ਨਿੱਕੇ ਨਿੱਕੇ ਬੱਚੇ ਸਾਡੇ ਨਾਲ ਖੜੇ, ਸਿਆਲਾਂ ਦੇ ਵਿੱਚ ਗਰਮੀਆਂ ਦੇ ਵਿੱਚ ਕਿੰਨੇ ਡਿਗਰੀ ਦਾ ਹੁਣ ਤਾਪਮਾਨ ਹੈਗਾ, ਫਿਰ ਵੀ ਡਟੇ ਖੜੇ ਆ। ਇਹਨਾਂ ਨੂੰ ਐ ਸੀ ਵੀ ਸ਼ਾਇਦ ਵੀ ਉਹ ਸਿਆਲ ਦੇ ਵਿੱਚ ਭੱਜ ਜਾਣਗੇ, ਹੁਣ ਗਰਮੀ 'ਚ ਭੱਜ ਜਾਣਗੇ। ਗਰਮੀ 'ਚ ਭੱਜਣ ਵਾਲਾ ਤਾਂ ਕੰਮ ਨਹੀਂ ਹੈਗਾ। ਪਰ ਸਾਡੇ ਜਿੰਨੇ ਵੀ ਹੈ ਅਸੀਂ ਡਟੇ ਹਾਂ, ਡਟੇ ਰਵਾਂਗੇ। ਭਾਵੇਂ ਇਹ ਲੰਬਾ ਚੱਲੇ, ਸਾਲ ਚੱਲੇ, 2 ਸਾਲ ਚੱਲੇ, ਪਰ ਅਸੀਂ ਨਹੀਂ ਕਹਿੰਦੇ ਵੀ ਲੰਮਾ ਚੱਲੇ। ਜੇ ਘੱਟ ਚੱਲੇਗਾ ਇਹ ਸਰਕਾਰਾਂ ਨੂੰ ਹੀ ਉਹਦਾ ਹੈ। ਜੇ ਸਰਕਾਰਾਂ ਮੰਨਣ ਤੇ ਆਉਣ ਤਾਂ ਕੀ ਨਹੀਂ ਕਰ ਸਕਦੀਆਂ, ਸਾਰਾ ਕੁਝ ਕਰ ਸਕਦੀਆਂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ? ਸਤਵਿੰਦਰ ਕੌਰ, ਓਕੇ, ਸਤਵਿੰਦਰ ਕੌਰ ਜੀ, ਕਿੱਥੋਂ ਹੋ ਤੁਸੀਂ? ਲੁਧਿਆਣੇ ਤੋਂ ਬੇਸਿਕਲੀ। ਅੱਛਾ, ਬੇਸਿਕਲੀ ਲੁਧਿਆਣੇ ਤੋਂ। ਤੇ ਇੱਥੇ ਫਿਰ ਕਿਵੇਂ? ਇੱਥੇ ਆਪਣੀ ਜੌਬ ਹੈ ਜੀ, ਮੈਂ ਵੀ ਇੱਕ ਕਿਸਾਨ ਦੀ ਬੇਟੀ ਹਾਂ। ਓਕੇ, ਮੈਂ ਕਿੱਥੇ ਜੌਬ ਕਰਦੇ ਹੋ ਤੇ ਕਿੰਨੇ ਟਾਈਮ ਦੀ ਜੌਬ ਹੁੰਦੀ ਹੈ? ਜੌਬ 9 to 6 ਹੁੰਦੀ ਹੈ, ਤਾਂ ਸੰਡੇ ਆਫ ਹੈ। ਅੱਛਾ, ਤੇ ਫਿਰ ਸੰਡੇ ਦੇ ਸੰਡੇ ਆਉਂਦੇ ਹੋ ਕਿ ਜਾਂ ਡੇਲੀ ਆਉਂਦੇ ਹੋ ਵਿੱਚ? ਜੀ ਡੇਲੀ ਡੇਲੀ ਕਿੰਨੇ ਵਜੇ? ਫਿਰ ਬਾਅਦ 6 ਵਜੇ ਤੋਂ ਬਾਅਦ? 6 ਵਜੇ ਤੋਂ ਬਾਅਦ ਆਪਾਂ ਇੱਥੇ ਹਾਜ਼ਰੀ ਜੂ ਲਵਾ ਕੇ ਜਾਈਦੀ ਹੈ ਜੀ, ਚਾਹੇ 6 ਵਜੇ ਹੋਣ ਚਾਹੇ 7 ਹੋਣ। ਆਪਾਂ ਸਰਦੀਆਂ 'ਚ ਵੀ ਖੜੇ ਰਹੇ ਹਾਂ ਤੇ ਗਰਮੀਆਂ 'ਚ ਵੀ ਖੜੇ ਰਹੇ ਹਾਂ। ਮੈਂ ਕਿ ਜਿੰਨਾ ਕੁ ਟਾਈਮ ਤੁਹਾਡੇ ਕੋਲ ਹੋ ਪਾਉਂਦਾ ਤੁਸੀਂ ਆਉਂਦੇ ਹੋ? ਬਿਲਕੁਲ ਆਉਂਦੇ ਹਾਂ ਜੀ, ਬਿਲਕੁਲ ਆਉਂਦੇ ਹਾਂ। ਇਹ ਵੀ ਸਾਡਾ ਇੱਕ ਧਰਮ ਹੈ, ਅਸੀਂ ਕਿਸਾਨੀ ਨਾਲ ਜੁੜੇ ਹੋਏ ਹਾਂ, ਅਸੀਂ ਰੋਟੀ ਖਾਂਦੇ ਹਾਂ ਉੱਥੋਂ। ਤੁਸੀਂ ਜੌਬ ਦੀ ਗੱਲ ਕੀਤੀ, ਕੀ ਲੱਗਦਾ ਈਜ਼ੀਲੀ ਜੌਬਸ ਮਿਲ ਰਹੀਆਂ ਇੰਡੀਆ ਦੇ ਵਿੱਚ ਇਸ ਟਾਈਮ ਤੇ ਜੋ ਹਾਲਾਤ ਨੇ? ਦੇਖੋ ਜੀ, ਅੱਜ ਦੀ ਜਨਰੇਸ਼ਨ ਤਾਂ ਬਿਲਕੁਲ ਹੀ ਫਰੀ ਹੈ। ਜੇ ਇੱਥੇ ਇੰਡੀਆ 'ਚ ਜੌਬ ਹੁੰਦੇ ਤਾਂ ਸਾਡੇ ਭੈਣ ਭਰਾ ਬਾਹਰ ਕੈਨੇਡਾ ਅਮਰੀਕਾ ਕਿਉਂ ਜਾਣ? ਜਿੰਨੀ ਅੱਜ ਲੇਟੈਸਟ, ਜਿੰਨੇ ਵੀ ਅੱਜ ਦੇ ਨੌਜਵਾਨ ਪੀੜ੍ਹੀ ਹੈ ਸਾਰੀ ਬਾਹਰ ਕਿਉਂ ਜਾ ਰਹੀ ਹੈ? ਕਿਉਂਕਿ ਇੱਥੇ ਕੋਈ ਵੀ ਜੌਬ ਨਹੀਂ ਹੈ। ਸਾਰੇ ਇੰਨੇ ਹੀ ਹਾਈ ਕੁਆਲੀਫਾਈਡ ਕਰਕੇ ਬੱਚੇ ਬਾਹਰ ਜਾ ਰਹੇ ਆ, ਬਾਹਰ ਸਟੱਡੀ ਕਰ ਰਹੇ ਆ। ਨਾ ਤਾਂ ਇੱਥੇ ਕੋਈ ਡਿਪਲੋਮਾ, ਨਾ ਕੁਝ ਵੀ ਹੈ, ਕੁਝ ਵੀ ਨਹੀਂ ਰਿਹਾ ਹੁਣ ਤਾਂ। ਜੌਬ ਤਾਂ ਇੱਕ ਬੜੀ ਵੱਡੀ ਦੂਰ ਦੀ ਗੱਲ ਰਹੀ ਹੈ। ਕੀ ਲੱਗਦਾ ਹੈ ਸਟੱਡੀ ਨੂੰ ਇੰਨੀ ਇੰਪੋਰਟੈਂਸ ਕਿਉਂ ਨਹੀਂ ਦਿੱਤੀ ਜਾ ਰਹੀ ਇੱਥੇ? ਸਟੱਡੀ ਨੂੰ ਇੰਨਾ ਲਾਈਟ ਕਿਉਂ ਲਿਆ ਜਾ ਰਿਹਾ ਆ?
ਦੇਖੋ ਜੀ ਇਹ ਸਰਕਾਰਾਂ ਕਰਦੀਆਂ ਰਹਿੰਦੀਆਂ ਹੁੰਦੀਆਂ। ਸਰਕਾਰਾਂ ਜੇ ਜੌਬ ਦੇਣ ਤੇ ਆ ਜਾਣ ਫਿਰ ਸਰਕਾਰਾਂ ਵਿਹਲੀਆਂ ਨਾ ਹੋ ਜਾਣ। ਸਰਕਾਰਾਂ ਆਪਣੀ ਰਾਜਨੀਤੀ ਫਿਰ ਕਿੱਥੋਂ ਕਰਨਗੀਆਂ? ਰਾਜਨੀਤਿਕ ਦਾ ਕੰਮ ਹੀ ਹੈ। ਰਾਜਨੀਤੀ ਸਰਕਾਰਾਂ ਪਹਿਲਾਂ ਸੁਖਬੀਰ ਬਾਦਲ ਦੀ ਸਰਕਾਰ ਸੀ, ਉਦੋਂ ਵੀ ਨੌਕਰੀਆਂ ਕਰਦੇ ਸੀ, ਉਦੋਂ ਦੀ ਸਾਰੀ ਨੌਜਵਾਨ ਵਿਹਲੀ ਬੈਠੀ ਹੈ। ਫਿਰ ਕੈਪਟਨ ਸਰਕਾਰ ਨੇ ਕਿਹਾ ਸੀ ਅਸੀਂ ਜੌਬ ਦੇਵਾਂਗੇ। ਮੈਨੂੰ ਤਾਂ ਨਹੀਂ ਲੱਗਦਾ ਵੀ ਅੱਜ ਤੱਕ 5 ਸਾਲ ਦੇ ਵਿੱਚ ਕੈਪਟਨ ਸਰਕਾਰ ਨੇ ਘਰ ਘਰ ਨੌਕਰੀ ਮਿਲੇਗੀ। ਤੁਹਾਡੇ ਰਿਸ਼ਤੇਦਾਰਾਂ 'ਚ ਕਿਸੇ ਨੂੰ ਮਿਲੀ ਹੋਵੇ? ਬਿਲਕੁਲ ਨਹੀਂ। ਸਾਰੇ ਕੈਨੇਡਾ ਅਮਰੀਕਾ ਗਏ ਆ, ਆਪਣੇ ਜ਼ਮੀਨਾਂ ਵੇਚ ਕੇ ਗਏ ਨੇ। ਪਰ ਇੱਥੇ ਕਿਸੇ ਵੀ ਨੌਜਵਾਨ ਜਨਰਲ ਕੈਟਾਗਰੀ 'ਚ ਤਾਂ ਖਾਸ ਕਰਕੇ ਕੋਈ ਜੌਬ ਨਹੀਂ ਹੈ ਜੀ। ਬਿਲਕੁਲ ਹੀ ਜੌਬ ਨਹੀਂ, ਕਿਸੇ ਨੂੰ ਕੋਈ ਜੌਬ ਨਹੀਂ ਮਿਲੀ। ਮੇਰੇ ਤਾਂ ਸਾਰੇ ਭੈਣ ਭਰਾ ਵਿਹਲੇ ਬੈਠੇ ਆ, ਪੜ੍ਹੇ ਹੋਏ, ਸਾਰੇ ਕੈਨੇਡਾ ਅਮਰੀਕਾ ਗਏ ਆ। ਫਿਰ ਇਸ ਤਰੀਕੇ ਨਾਲ ਕਿਵੇਂ ਫਿਊਚਰ ਕਿਵੇਂ ਦੇਖਦੇ ਹੋ ਇੰਡੀਆ ਦੇ ਵਿੱਚ ਕੱਲ ਨੂੰ ਆਪਣਾ, ਚਾਹੇ ਆਉਣ ਵਾਲੇ ਟਾਈਮ ਦਾ, ਕਿ ਇੰਡੀਆ ਦੇ ਵਿੱਚ ਕੁਝ ਬਣ ਪਾ ਸਕਦਾ ਹੈ? ਮੈਨੂੰ ਤਾਂ ਲੱਗਦਾ ਨਹੀਂ ਜੇ ਜਿਸ ਸਾਹਮਣੇ ਸਰਕਾਰਾਂ ਕਰਦੀਆਂ ਨੇ ਕੁਛ ਰਹਿੰਦਾ ਹੁੰਦਾ। ਜੋ ਵੀ ਬਚਿਆ ਹੋਇਆ ਸੀ ਪੰਜਾਬ 'ਚ ਮੋਦੀ ਖਤਮ ਕਰਨ ਲੱਗਿਆ ਹੋਇਆ। ਮਾੜੇ ਮੋਟੇ ਸਾਡੇ ਜੋ ਬੱਚੇ ਸੀਗੇ, ਜੋ ਪੜ੍ਹੇ ਲਿਖੇ ਵੀ ਸੀ, ਚਲੋ ਆਪਣੀ ਖੇਤੀ ਦੇ ਨਾਲ ਕਰਦੇ ਸੀਗੇ, 2-4 ਕਿੱਲੇ ਛੋਟੇ ਕਿਸਾਨ ਵੀ ਆਪਣੀ ਖੇਤੀ ਕਰ ਲੈਂਦੇ ਸੀ, ਆਪਦਾ ਗੁਜ਼ਾਰਾ। ਹੁਣ ਤਾਂ ਉਹ ਵੀ ਮੋਦੀ ਸਰਕਾਰ ਵਿਹਲੇ ਕਰਨ ਲੱਗੀ ਹੋਈ ਹੈ ਸਾਡੇ ਨੌਜਵਾਨਾਂ ਨੂੰ। ਕੋਈ ਜੌਬ ਜੁਬ ਤਾਂ ਹੈ ਨਹੀਂ ਜੀ ਇੱਥੇ ਕੋਈ ਵੀ। ਪਰ ਜਿਸ ਤਰੀਕੇ ਦੇ ਨਾਲ ਅੰਦੋਲਨ ਤੋਂ ਬਾਅਦ ਬੜੀਆਂ ਚੀਜ਼ਾਂ ਬਾਹਰ ਆਉਣ ਲੱਗੀਆਂ, ਸਿਰਫ ਅੰਦੋਲਨ ਦਾ ਮੁੱਦਾ ਨਹੀਂ ਬਾਹਰ ਨਿਕਲਿਆ, ਹੋਰ ਵੀ ਮੁੱਦੇ ਬਾਹਰ ਨਿਕਲਣ ਲੱਗੇ। ਲੋਕ ਜਾਗਰੂਕ ਹੋਏ, ਲੋਕਾਂ ਨੇ ਅਵੇਅਰ ਹੋ ਕੇ ਗੱਲਾਂ ਜਿਹੜੀਆਂ ਹਰ ਇੱਕ ਮੁੱਦੇ ਦੇ ਉੱਪਰ ਖੁੱਲ੍ਹ ਕੇ ਗੱਲ ਕਰਨੀ ਸ਼ੁਰੂ ਕੀਤੀ। ਪਰ ਕੀ ਲੱਗਦਾ ਹੈ ਅੰਦੋਲਨ ਤੋਂ ਪਹਿਲਾਂ ਲੋਕਾਂ ਦੇ ਵਿੱਚ ਇਹ ਚੀਜ਼ ਕਿਉਂ ਨਹੀਂ ਸੀ? ਪਹਿਲਾਂ ਕਿਉਂ ਨਹੀਂ ਸੀ ਲੋਕੀ ਮੁੱਦਿਆਂ ਨੂੰ ਇੰਨਾ ਖੁੱਲ੍ਹ ਕੇ ਬੋਲਦੇ? ਦੇਖੋ ਜੀ ਇਹ ਜਿਹੜੇ ਕਿਸਾਨ ਅੰਦੋਲਨ ਆਏ ਹੁਣ ਇੱਕ ਖਾਲੀ ਕਿਸਾਨੀ ਦਾ ਨਹੀਂ ਰਹਿ ਗਿਆ, ਇਹਨੇ ਜਨ ਅੰਦੋਲਨ ਬਣ ਗਿਆ। ਇਹ ਉਸ ਸਮੇਂ ਪਹਿਲਾਂ ਕੱਲਾ ਬੰਦਾ ਸੋਚਣ ਲਈ ਕਰਨ ਲਈ ਸੋਚਦਾ ਬਹੁਤ ਕੁਝ ਸੀਗਾ, ਲੇਕਿਨ ਬਾਹਰ ਨਹੀਂ ਕਰ ਪਾਉਂਦਾ ਸੀ। ਪਰ ਇਸ ਅੰਦੋਲਨ ਨੇ ਹਰ ਇੱਕ ਇਨਸਾਨ ਨੂੰ ਜਾਗਰੂਕ ਕਰ ਦਿੱਤਾ ਕਿ ਸਾਡੇ ਹੱਕ ਕੀ ਨੇ। ਅਸੀਂ ਆਪਣੇ ਹੱਕਾਂ ਲਈ ਖੜੇ ਹਾਂ ਤੇ ਹੱਕ ਲੈਣ ਲਈ ਖੜੇ ਹਾਂ। ਸਾਡੇ ਹੱਕ ਮਾਰੇ ਜਾ ਰਹੇ ਸੀਗੇ। ਹਰ ਇੱਕ ਬੰਦਾ ਇਸ ਕਿਸਾਨੀ ਅੰਦੋਲਨ ਦੇ ਨਾਲ ਆਪਣੇ ਹੱਕਾਂ ਦੇ ਲਈ ਜਾਗਰੂਕ ਹੋਇਆ ਹੈ। ਬਸ ਉਹੀ ਭੈਣਾਂ ਖੜੀਆਂ ਨੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਗੀਤਾ ਜੀ, ਓਕੇ, ਕਿੱਥੋਂ ਆਏ ਹੋ? ਚੰਡੀਗੜ੍ਹੋਂ ਅੱਛਾ, ਇੱਥੋਂ ਲੋਕਲ ਹੀ ਹੋ। ਤੇ ਕਿੰਨੇ ਟਾਈਮ ਤੋਂ ਤੁਸੀਂ ਇੱਥੇ ਆ ਰਹੇ ਹੋ? ਜੀ। ਜਦ ਤੋਂ ਇੱਥੇ शुरुआत डेली शुरुआत पहले दिन से 180 दिन ਵੀਰ ਜੀ ਕਹਿ ਰਹੇ 180 ਦਿਨ, ਕਿਉਂਕਿ ਅਸੀਂ ਧਿਆਨ ਨਹੀਂ ਦਿੱਤਾ, ਅਸੀਂ ਗਿਣਦੇ ਨਹੀਂ, ਕਿਉਂਕਿ ਇਹ ਇੱਕ ਮਸਲਾ ਹੱਕ ਦਾ ਹੈ, ਰੋਟੀ ਦਾ, ਰੁਜ਼ਗਾਰ ਦਾ। ਪਰਿਵਾਰ 'ਚ ਕੌਣ ਕੌਣ ਹੈ ਤੁਹਾਡੇ? ਪਹਿਲਾਂ ਉਹਦੇ ਬਾਰੇ ਗੱਲ ਕਰ। जी मेरे 4 बेटियाँ, 2 हम हैं। हाँ जी, 6 मेंबर हैं। हाँ जी। और मैं यही कहना चाहती हूँ जी सरकार से, पहले तो दिल्ली भैन भरा ਵੀਰ ਜੀ ਬੈਠੇ ਮੇਰੇ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਤੁਸੀਂ ਹੌਸਲਾ ਪੂਰਾ ਰੱਖਿਓ ਵੀਰ ਜੀ, ਇੱਥੇ ਆਪ ਨੂੰ ਪੂਰੀ ਸਪੋਰਟ ਮਿਲੂਗੀ। ਇੱਦਾਂ ਨਹੀਂ ਵੀ ਚੰਡੀਗੜ੍ਹੋਂ ਪੱਥਰ ਦਿਲ ਰਹਿੰਦੇ ਨੇ, ਨਹੀਂ, ਚੰਡੀਗੜ੍ਹ ਦਿਲ ਵਾਲੇ ਵੀ ਰਹਿੰਦੇ ਨੇ ਜੀ। ਦੇਖੋ ਵੀਰ ਜੀ, ਪਹਿਲੇ ਦਿਨ ਤੇ ਬੂੰਦ ਬਰਸਾਤ ਸਾਡੇ ਉੱਪਰ ਨੂੰ ਗਈ, ਹੁਣ ਤੂਫਾਨ ਹੋ ਕੇ ਗਿਆ, ਉਹ ਵੀ ਉੱਪਰ ਲੰਘਾਇਆ ਸੀ, ਖੜੇ ਸੀ ਇੱਥੇ। ਪਰ ਮੈਂ यही कह रही भी बिल रद्द कर दो। एक कोरोना काल में तो आपकी बात दूजी सी, आप नहीं आए खाना देने, ये सारे वीर जी आए ने। आप बाहर निकल के देखते भाई कौन किसकी सहायता कर रहा। मेरे यही हाथ जोड़ के विनती है, जब इनको नहीं मंजूर है ये बिल तो रद्द कर दो बस। ਕਰੋਨਾ ਦੀ ਗੱਲ ਕੀਤੀ ਹੈ, ਇਹ ਚੀਜ਼ ਬੜੀ ਆਂਦੀ, ਕਹਿੰਦੇ ਕਰੋਨਾ ਫੈਲ ਰਿਹਾ ਹੈ ਨਾ ਜ਼ਿਆਦਾ, ਕਿਸਾਨਾਂ ਦੇ ਕਰਕੇ ਚੀਜ਼ ਹੋ ਰਹੀ ਆ। नहीं जी, नहीं, ये कोरोना तो देखो कहने वाली बात है। हम गर्मी में काम करते हैं, नजला जुकाम तो वैसे भी होता था, ये एक नवा नाम दे दिया इस बीमारी को, ये मैं कह सकती, ये नहीं मैं कह सकती। ये अपने हक के लिए, यानी कि लोगों को मारने के लिए खड़े, ये अपने हक के लिए खड़े। मैं देख लो अब तक कोई कोरोना का कहीं यहाँ भी देख लो, नहीं, ये अपने हक के लिए खड़े हैं, तो जीत साड़ी होगी। ये देखो ये मोदी मीडिया तो मुझे पता नहीं, पर ये गलत फहमी फैला रहे हैं सारे में भाई ये आंदोलन कोरोना फैला रहा। नहीं जी, नहीं, ये पहले भी बीमारी थी पर इसका नाम अलग दिया गया। ये नजला जुकाम जैसे हम बरसात में खड़े रहते थे, जब भी गर्म सर्द में छींक आती थी, ये तो आम बीमारी थी। ये गलत फहमी दिल से काट दो जी, कोई कोरोना नहीं, अपने खुल के जियो, मेहनत करो, काम करो और अपने हक के लिए लड़ो। ਸੋ ਅੰਦੋਲਨ ਨੇ ਨਾ ਔਰਤਾਂ ਦੇ ਵਿੱਚ ਬੜੀ ਹਿੰਮਤ ਦੇਖਣ ਨੂੰ ਮਿਲੀ। ਅੰਦੋਲਨ ਦੇ ਚੱਲਦੇ ਔਰਤਾਂ ਪਹਿਲੇ ਦਿਨ ਤੋਂ ਖੜੀਆਂ ਨੇ। ਤੁਸੀਂ ਕਹਿੰਦੇ ਤੁਹਾਡੀ 4 ਬੇਟੀਆਂ ਨੇ, ਉਹਨਾਂ ਨੂੰ ਵੀ ਇਸ ਅੰਦੋਲਨ ਦੇ ਬਾਰੇ ਦੱਸ ਦਿਓ, ਗੱਲ ਕਰ ਦਿਓ ਕਿਵੇਂ ਘਰ ਦੇ ਵਿੱਚ। हाँ जी, वो ही मैंने तैयार करके भेजते ने, टाइम टेबल बताते ने मैनू, और नहीं बार दिन याद रहता। तो मेरे वीर जी बहुत प्यार मिलता इत्थों। ये भैन उदन दी, ये भी बहुत प्यार, एक लगाव हो गया। कहते नहीं आप अभी गल की बई सोहरे सी, नहीं जी सोहरे सी, इन्होंने एक चिंगारी की लोड़ सी बस जगाने की। मैं ना तो थैंक यू बोलती हाँ सब का किसान दा। ਬੇਟੀਆਂ ਵੀ ਆਂਦੀਆਂ ਤੁਹਾਡੀਆਂ? हाँ जी, पहले आती सी, हुण पेपर चल रहे जी, आपको पता ही है ऑनलाइन पढ़ाई चल रही, तो हुण आना शुरू हो जाएंगे। ਅੱਛਾ, ਆਨਲਾਈਨ ਪੜ੍ਹਾਈ ਦੇ ਵਿੱਚ ਵਧੀਆ ਚੱਲ ਰਹੀ ਹੈ हाँ ਸਟੱਡੀ? जी, वधिया चल रही और नहीं भी वधिया चल रही, क्योंकि लाइट नहीं घर के विच। चलो जो भी चल रहा, पर आगे अपनी गल करते हैं असी।
ਹਾਂਜੀ ਉਹੀ ਚੀਜ਼ ਹੈ, ਬਹੁਤ ਸਾਰੀਆਂ ਮੁਸ਼ਕਿਲਾਂ ਹਰ ਪਰਿਵਾਰ ਦੇ ਵਿੱਚ ਹੁੰਦੀਆਂ ਨੇ, ਪਰ ਫਿਰ ਵੀ ਜਿਹੜੇ ਆ ਨਾ ਕਿ ਲੋਕ ਜਿਹੜੇ ਆ ਨਾ ਫਿਰ ਵੀ ਆ ਰਹੇ ਨੇ, ਅੰਦੋਲਨ 'ਚ ਖੜ ਰਹੇ ਨੇ, ਸਾਥ ਦੇ ਰਹੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ? ਕੁਲਵੰਤ ਕੌਰ ਜੀ, ਕਿੱਥੋਂ ਆਏ ਹੋ ਤੁਸੀਂ? 56 ਸੈਕਟਰ ਤੋਂ। ਅੱਛਾ, ਇੱਥੋਂ ਹੀ ਹੋ ਤੁਸੀਂ। ਤੁਸੀਂ ਵੀ ਪਹਿਲੇ ਦਿਨ ਤੋਂ ਆ ਰਹੇ ਹਾਂਜੀ, ਹੋ। ਪਰਿਵਾਰ 'ਚ ਹੋਰ ਕੌਣ ਕੌਣ ਆ ਰਿਹਾ? 2 ਬੇਟੇ ਨੇ ਜੀ। ਅੱਛਾ, ਉਹ ਵੀ ਆਉਂਦੇ ਨੇ। ਨਹੀਂ, ਇੱਕ ਕਦੇ ਕਦੇ ਆਉਂਦੇ ਆ, ਬੇਟਾ ਜੌਬ ਕਰਦਾ ਜੀ। ਸੋ ਘਰ ਪਰਿਵਾਰ ਖੁਦ ਸੰਭਾਲਦੇ ਹੋ ਸਾਰਾ? ਹਾਂਜੀ, ਸੋ ਪਿਛਲੇ ਜਦੋਂ ਦੀ ਸਰਕਾਰ ਸੱਤਾ ਦੇ ਵਿੱਚ ਆਈ ਹੈ, ਬੀਜੇਪੀ ਸਰਕਾਰ, ਉਸ ਤੋਂ ਬਾਅਦ ਰਾਸ਼ਨ ਦੇ ਵਿੱਚ ਚਾਹੇ ਘਰ ਦੇ ਨਿੱਕੇ ਨਿੱਕੇ ਚੀਜ਼ਾਂ ਦੀ ਗੱਲ ਕੀਤੀ ਜਾਵੇ, ਬਹੁਤ ਕੁਝ ਵਰਤਿਆ ਜਾਂਦਾ ਆ। ਕਿਵੇਂ ਦੇਖਦੇ ਹੋ? ਮਹਿੰਗਾਈ ਘਟ ਰਹੀ ਹੈ, ਮਹਿੰਗਾਈ ਵੱਧ ਰਹੀ ਹੈ, ਕਹਿੰਦੇ ਸੀ ਮਹਿੰਗਾਈ ਖਤਮ ਕਰਾਂਗੇ। ਬਹੁਤ ਬੁਰਾ ਹਾਲ ਕਰਿਆ ਜੀ, ਮਹਿੰਗਾਈ ਵੱਧ ਗਈ। ਉਲਟਾ ਜਿੱਦਾਂ ਕਰੋਨਾ ਕਾਲ ਦੇ ਵਿੱਚ ਹਰ ਕੋਈ ਵੀ ਕਹਿੰਦਾ ਵੀ ਸਸਤੀ ਹੋਣੀ ਚਾਹੀਦੀ ਆ, ਉਲਟਾ ਇਹਨਾਂ ਨੇ ਬਹੁਤ ਗਰੀਬ ਮਾਰ ਕੀਤੀ ਹੈ, ਹਰ ਚੀਜ਼ ਮਹਿੰਗੀ ਕੀਤੀ ਹੈ। ਤੇਲ ਦੀ ਬੋਤਲ ਲਓ 170 ਰੁਪਏ ਦੀ, ਕਿਤੇ 65 ਰੁਪਏ ਦੀ ਹੁੰਦੀ ਸੀਗੀ ਜੀ, ਇਹ ਹੁਣ ਬਹੁਤ ਜ਼ਿਆਦਾ ਮਹਿੰਗੀ ਹੋ ਗਈ। ਹਰ ਇੱਕ ਚੀਜ਼ ਮਹਿੰਗੀ, 170 ਰੁਪਏ ਦੀ ਹੁਣ ਤੇਲ, ਸਰੋਂ ਦੇ ਤੇਲ ਦੀ ਬੋਤਲ ਆ ਗਈ। 2 ਚੀਜ਼ ਲਾਓ ਤਾਂ 200 ਰੁਪਏ ਖਤਮ, ਘਰ ਖਾਲੀ ਹੱਥ ਆਓ। ਫਿਰ ਮਾੜਾ ਹਾਲ ਕੀਤਾ ਹੋਇਆ ਇਹਨਾਂ ਨੇ। ਕਿਵੇਂ ਦੇਖਦੇ ਹੋ? ਮੈਨੇਜ ਕਿਵੇਂ ਕਰ ਰਹੇ ਹੋ ਚੀਜ਼ਾਂ ਨੂੰ, ਖਾਣ ਪੀਣ ਦਾ ਘਰ ਦੇ ਵਿੱਚ? ਬਹੁਤ ਔਖਾ, ਮੁਸ਼ਕਿਲ ਆ ਜੀ, ਬਹੁਤ ਔਖਾ, ਪਰ ਕਰਨਾ ਪੈਂਦਾ, ਐਡਜਸਟ ਕਰਦੇ ਆ, ਕੀ ਕਰੇ ਹੁਣ। ਸਰਕਾਰਾਂ ਤਾਂ ਪਾਗਲ ਆ, ਸਾਰਾ ਕੰਮ ਵੀ ਖਤਮ ਕਰਤੇ ਇਹਨਾਂ ਨੇ। ਕਰੋਨਾ ਦਾ ਨਾਮ ਲੈ ਕੇ ਲੋਕਾਂ ਨੂੰ ਜਿਹੜੇ ਪ੍ਰਾਈਵੇਟ ਕੰਮ ਕਰਦੇ ਸੀ ਉਹ ਵੀ ਘਰ 'ਚ ਬਿਠਾਤੇ, ਤੇ ਬਿਲਕੁਲ ਹੀ ਇਹਨਾਂ ਨੇ ਖਤਮ ਕਰਨ ਵਾਲਾ, ਖਤਮ ਕਰਤਾ ਇਹਨਾਂ ਨੇ ਸਾਨੂੰ, ਬਿਲਕੁਲ ਹੀ ਖਤਮ। ਜੋ ਅਸੀਂ ਕਮਾ ਕੇ ਖਾ ਰਹੇ ਸੀ ਨਾ, ਇਹਨਾਂ ਨੇ ਸਾਨੂੰ ਮਜਬੂਰ ਕਰਤਾ ਵੀ ਅਸੀਂ ਕਟੋਰਾ ਚੱਕ ਕੇ ਮੰਗ ਕੇ ਖਾਣ ਵਾਲੇ ਸਾਡੇ ਹਾਲ ਕਰਤੇ ਸਰਕਾਰ ਨੇ। ਬਹੁਤ ਗੰਦੀ ਸਰਕਾਰ ਹੈ ਮੋਦੀ ਸਰਕਾਰ, ਬਿਲਕੁਲ ਗੰਦੀ ਸਰਕਾਰ। ਪਰ ਇਹ ਤਾਂ ਕਹਿੰਦੇ ਸੀ ਮਹਿੰਗਾਈ ਖਤਮ ਕਰ ਦਾਂਗੇ, ਅੱਛੇ ਦਿਨ ਆ ਜਾਣਗੇ। ਕੋਈ ਅੱਛੇ ਦਿਨ ਨਹੀਂ, ਇਹਨਾਂ ਨੇ ਤਾਂ ਮਾੜੇ ਹਾਲ ਕਰਤੇ ਪਹਿਲਾਂ ਨਾਲੋਂ ਵੀ ਸਾਡੇ। ਇਹ ਕਾਹਦੇ ਅੱਛੇ ਦਿਨ ਆ ਜੀ? ਸਾਨੂੰ ਤਾਂ ਇਹਨਾਂ ਨੇ ਮੰਗਣ ਤੇ ਮਜਬੂਰ ਕਰਤਾ। ਹੁਣ ਸਾਡੇ ਇਹੋ ਜਿਹੇ ਹਾਲਾਤ ਆ, ਅਸੀਂ ਬਾਹਰ ਨਿਕਲ ਕੇ ਕਿਸੇ ਤੋਂ ਮੰਗ ਵੀ ਨਹੀਂ ਸਕਦੇ, ਕਿਉਂਕਿ ਹਰ ਇੱਕ ਦੇ ਹਾਲਾਤ ਇਹੋ ਜਿਹੇ ਕੀਤੇ ਪਏ ਇਹਨਾਂ ਨੇ। ਇਹ ਸਰਕਾਰ ਬੜੀ ਘਟੀਆ ਸਰਕਾਰ ਆ। ਪੜ੍ਹਾਈਆਂ ਇਹਨਾਂ ਨੇ ਖਤਮ ਕਰਤੀਆਂ। ਕੱਲ ਪਰਸੋਂ ਮੈਂ ਦੇਖ ਰਹੀ ਸੀ ਟੀਵੀ ਤੇ, ਆਨਲਾਈਨ ਕਹਿ ਰਹੇ ਸੀ, ਬੱਚੇ ਬੋਲ ਰਹੇ ਸੀ ਪੜ੍ਹਾਈਆਂ ਦੇ, ਕਹਿੰਦੇ ਪੜ੍ਹਾਈਆਂ ਬਾਰੇ ਗੱਲ ਨਹੀਂ ਕਰਨੀ, ਮੋਦੀ ਕਹਿ ਰਿਹਾ ਪੜ੍ਹਾਈ ਬਾਰੇ ਗੱਲ ਨਹੀਂ ਕਰਨੀ, ਕੋਈ ਹੋਰ ਇਸ ਤੋਂ ਟੌਪਿਕ ਹੈ ਤਾਂ ਉਹਦੇ ਬਾਰੇ ਗੱਲ ਕਰੋ। ਉਲਟਾ ਬੱਚਿਆਂ ਨੂੰ ਵੀ ਇਹ ਗੱਲ ਕਹਿ ਰਹੇ ਆ। ਮੈਂ ਸੁਣੀ ਸੀ ਨਿਊਜ਼, ਮੈਂ ਦੇਖ ਰਹੀ ਸੀਗੀ। ਕੀ ਲੱਗਦਾ ਹੈ ਪੜ੍ਹਾਈ ਨੂੰ ਇੰਨੀ ਤਵੱਜੋ ਕਿਉਂ ਨਹੀਂ ਦਿੱਤੀ ਜਾ ਰਹੀ? ਇੰਸਟੀਚਿਊਟ ਨੂੰ ਇਹਨਾਂ ਨੇ ਖਤਮ ਕਰਨਾ ਜੀ। ਇਹ ਨੌਜਵਾਨ ਪੀੜ੍ਹੀ ਸਾਡੀ ਵੀ ਪੜ੍ਹ ਲਿਖ ਕੇ ਅੱਗੇ ਨਾ ਵੱਧ ਜਾਣ, ਇਹ ਸਰਕਾਰਾਂ ਦਾ ਕੰਮ ਹੈ। ਇਹਨਾਂ ਨੇ ਖਤਮ ਕਰਨਾ ਹੈ ਸਭ ਕੁਝ। ਨੌਜਵਾਨ ਪੀੜ੍ਹੀ ਤੇ ਤਾਂ ਆਉਣ ਵਾਲਾ ਫਿਊਚਰ ਡਿਪੈਂਡ ਹੈ ਸਾਡੇ ਦੇਸ਼ ਦਾ। ਉਹੀ ਤਾਂ ਖਤਮ ਕਰ ਰਹੇ ਆ ਜੀ, ਇਹ ਉਹੀ ਤਾਂ ਖਤਮ ਕਰ ਰਹੇ ਆ। थोड़े अच्छे दिन हाँ जी। दुनिया जो मोदी जी कहते हैं ना अच्छे दिन आएंगे, अच्छे दिन आएंगे। मैं मोदी जी ਨੂੰ ਇੱਕੋ ਰਿਕਵੈਸਟ ਕਰਨਾ ਚਾਹੁੰਦੀ ਹਾਂ ਕਿ ਅਸੀਂ ਪੁਰਾਣੇ ਬੁਰੇ ਦਿਨਾਂ 'ਚ ਅੱਛੇ ਵਧੀਆ ਸੀਗੇ, ਹੁਣ ਵਾਲੇ ਤੁਹਾਡੇ ਅੱਛੇ ਦਿਨ ਸਾਨੂੰ ਨਹੀਂ ਚਾਹੀਦੇ। ਹੱਥ ਜੋੜ ਕੇ ਸਾਡੀ ਅਪੀਲ ਹੈ, ਸਾਨੂੰ ਪੁਰਾਣੇ ਦਿਨਾਂ 'ਚ ਰਹਿਣ ਦਿਓ। ਸਾਡੇ ਕਾਲੇ ਕਾਨੂੰਨ ਰੱਦ ਕਰੋ, ਸਾਡੇ ਕਿਸਾਨਾਂ ਨੂੰ ਘਰ ਭੇਜੋ ਕਿ ਸਾਨੂੰ ਇਹ ਕਾਲੇ ਕਾਨੂੰਨ ਨਹੀਂ ਚਾਹੀਦੇ, ਤੁਹਾਡੇ ਅੱਛੇ ਦਿਨ ਨਹੀਂ ਚਾਹੀਦੇ। ਸਾਨੂੰ ਪੁਰਾਣੇ ਦਿਨ 'ਚ ਅਸੀਂ ਬਹੁਤ ਖੁਸ਼ ਹਾਂ, ਔਰ ਪੁਰਾਣੀ ਖੇਤੀ ਦੇ ਵਿੱਚ ਅਸੀਂ ਖੁਸ਼ ਹਾਂ। ਸੋ ਇੱਥੇ ਬਹੁਤ ਸਾਰੇ ਹੋਰ ਵੀ ਲੋਕ ਆਉਂਦੇ ਹੋਣਗੇ, ਮਿਲਦੇ ਹੋਣਗੇ ਰਿਸ਼ਤੇਦਾਰਾਂ 'ਚ, ਚਾਹੇ ਵੈਸੇ ਫਰੈਂਡ ਸਰਕਲ 'ਚ। ਕਦੀ ਕਿਸੇ ਨਾਲ ਇਸ ਚੀਜ਼ ਨੂੰ ਲੈ ਕੇ ਗੱਲ ਹੋਈ ਹੋਵੇ, ਜਾਂ ਕਦੀ ਕਿਸੇ ਨੇ ਕਾਨੂੰਨ ਸਮਝਾਉਣ ਦੀ ਕੋਸ਼ਿਸ਼ ਕੀਤੀ ਹੋਵੇ ਕਿ ਕਾਨੂੰਨ ਬੜੇ ਵਧੀਆ ਨੇ? ਨਹੀਂ ਜੀ, ਕਿਸੇ ਨੇ ਵੀ ਨਹੀਂ ਕਿਹਾ। ਸਾਰੇ ਕਹਿੰਦੇ ਕਾਨੂੰਨ ਬੜੇ ਘਟੀਆ ਨੇ ਤੇ ਨਹੀਂ ਲਾਗੂ ਹੋਣੇ ਚਾਹੀਦੇ, ਤਾਂ ਵੀ ਬੇਵਜ੍ਹਾ ਨਾਲ ਥੋਪੇ ਜਾ ਰਹੇ ਆ। ਤੇ ਹੈ ਹੀ ਨਹੀਂ ਇਹ ਕਿਸੇ ਦੇ ਕਾਨੂੰਨ ਜਾਂ ਸਾਡੀਆਂ ਕਿਸਾਨਾਂ ਦੀਆਂ ਜ਼ਮੀਨਾਂ ਹੀ ਸਾਰੀਆਂ ਖਤਮ ਹੋ ਜਾਣਗੀਆਂ, ਤਾਂ ਫਿਰ ਕੀ ਕਰੋਗੇ ਸਾਰੇ ਆਮ ਜਨਤਾ? ਜਿਸ ਤੇ ਗਰੀਬ ਹੈ, ਸਾਡੇ ਕੋਲ ਤਾਂ ਜ਼ਮੀਨ ਜਾਇਦਾਦ ਕੁਝ ਵੀ ਨਹੀਂ ਆ, ਅਸੀਂ ਤਾਂ ਇੱਕ ਘਰਾਂ ਦੇ ਵਿੱਚ ਰਹਿੰਦੇ ਆ। ਪਰ ਫਿਰ ਵੀ ਸਾਨੂੰ ਐ ਕਿ ਇਹ ਰੋਟੀ ਦਾ ਮਸਲਾ ਹੈ ਤੇ ਸਾਨੂੰ ਲੱਗਦਾ ਵੀ ਇਹ ਗਲਤ ਹੈ। ਹਾਂਜੀ, ਬਾਹਰਲੇ ਦੇਸ਼ਾਂ ਦੇ ਬਹੁਤ ਸਾਰੇ ਦੇਸ਼ਾਂ ਨੇ ਸਪੋਰਟ ਕੀਤਾ, ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ, ਬਾਰ-ਬਾਰ ਚੀਜ਼ ਵੀ ਕਹੀ ਕਿ ਕਾਨੂੰਨ ਰੱਦ ਕਰ ਦਿੱਤੇ ਜਾਣ, ਪਰ ਫਿਰ ਵੀ ਸਰਕਾਰਾਂ ਟਾਸ ਤੋਂ ਮਾਸ ਨਹੀਂ ਹੋਈਆਂ, ਉੱਥੇ ਦੇ ਉੱਥੇ ਹੀ ਅੜੀਆਂ ਹੋਈਆਂ ਨੇ। ਇਹ ਜੀ ਦੇਖੋ, ਮੋਦੀ ਤਾਂ ਦੇ ਆਪਣੇ ਵਾਸ ਦੀ ਤਾਂ ਗੱਲ ਹੀ ਨਹੀਂ। ਜਿਹੜੇ ਅਡਵਾਨੀ ਆ ਇਹਦੇ ਉਹਦੇ ਤੇ ਚੱਲਦਾ ਹੈਗਾ, ਤੇ ਉਹੀ ਤਾਂ ਸਾਡੇ ਪੰਜਾਬ ਨੂੰ ਖਤਮ ਕਰਨਾ ਚਾਹੁੰਦੇ ਆ ਵੀ ਖਤਮ ਕਰ ਦਈਏ, ਇਹਨਾਂ ਦੀਆਂ ਜ਼ਮੀਨਾਂ ਲੈ ਲਈਏ, ਇਹਨਾਂ ਨੂੰ ਬੇਰੁਜ਼ਗਾਰ ਕਰ ਲਈਏ, ਇਹਨਾਂ ਨੂੰ, ਸਾਡੇ ਕਿਸਾਨ ਭਾਈਆਂ ਨੂੰ, ਸਾਰਿਆਂ ਨੂੰ। ਤੇ ਇਹੀ ਉਹ ਚਾਹੁੰਦੇ ਆ, ਇਸ ਕਰਕੇ ਉਹ ਕੋਈ ਮਸਲਾ ਹੱਲ ਨਹੀਂ ਕਰਨਾ ਚਾਹੁੰਦੇ। ਸੋ ਉਹੀ ਚੀਜ਼ ਹੈ ਕਿ ਕਿਤੇ ਨਾ ਕਿਤੇ ਜਿਹੜੀ ਇੱਕ ਫਰਸਟ੍ਰੇਸ਼ਨ ਕਹਿ ਸਕਦੇ ਨੇ, ਇੱਕ ਗੁੱਸਾ ਸਰਕਾਰਾਂ ਦੇ ਪ੍ਰਤੀ, ਉਹ ਹਮੇਸ਼ਾ ਜਿਹੜਾ ਆ ਨਿਕਲਦਾ ਨਜ਼ਰ ਜ਼ਰੂਰ ਆਉਂਦਾ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ। ਕੀ ਨਾਮ ਹੈ ਜੀ? ਜਗਤਾਰ ਸਿੰਘ ਚੌਂਤਾ। ਜੀ, ਬੜੀ ਵਾਰ ਤੁਹਾਨੂੰ ਅਸੀਂ ਇੱਥੇ ਮਿਲੇ ਆ, ਤੁਸੀਂ ਹਮੇਸ਼ਾ ਇੱਥੇ ਖੜੇ ਹੁੰਦੇ ਹੋ, ਫਾਰਮਰਸ ਨੂੰ ਜਿਹੜਾ ਸਪੋਰਟ ਕਰ ਰਹੇ ਹੋ। ਸੋ ਇਸ ਟਾਈਮ ਤੇ ਜੇ ਦੇਖਿਆ ਜਾਵੇ ਤਾਂ ਬਹੁਤ ਸਾਰਾ ਲੋਕਾਂ ਦਾ ਗੁੱਸਾ ਬਾਹਰ ਨਿਕਲਣਾ ਸਟਾਰਟ ਹੋ ਗਿਆ ਸਰਕਾਰਾਂ ਦੇ ਪ੍ਰਤੀ। ਜਿਹੜਾ ਆ ਉੱਥੇ ਹੀ ਜਦੋਂ ਕਿਤੇ ਵੀ ਕੋਈ ਮਸਲਾ ਹੁੰਦਾ ਆ ਤਾਂ ਉਸ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਲਾਠੀ ਚਾਰਜ ਜਿਹੜਾ ਕੀਤਾ ਜਾਂਦਾ ਹੈ ਕਿਸਾਨਾਂ ਦੇ ਉੱਪਰ, ਫਿਰ ਚਾਹੇ ਢਵਾਣਾ ਦੀ ਗੱਲ ਕੀਤੀ ਜਾਵੇ, ਜਿਸ ਤਰੀਕੇ ਨਾਲ ਉੱਥੇ ਕਿਸਾਨਾਂ ਦੇ ਉੱਪਰ ਲਾਠੀ ਚਾਰਜ ਹੋਇਆ, ਕਿਸਾਨ ਅਰੈਸਟ ਕਰ ਲਏ ਗਏ, ਕੀ ਉਹ ਚੀਜ਼ਾਂ ਜਾਇਜ਼ ਲੱਗਦੀਆਂ ਨੇ ਇਸ ਤਰੀਕੇ ਦੇ ਨਾਲ ਹੈਂਡਲ ਕਰਨੀਆਂ? ਨਹੀਂ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਜੀ ਆਇਆਂ ਨੂੰ ਕਹਿਣਾ ਹੈ ਵਿਜ਼ਨ ਪੰਜਾਬੀ ਚੈਨਲ ਦਾ, ਕਿਉਂਕਿ ਚੰਡੀਗੜ੍ਹ ਦੀਆਂ ਬਰੂਹਾਂ ਤੇ ਜਿੱਥੇ ਵੀ ਸਾਡੇ ਅੰਦੋਲਨਕਾਰੀ ਭੈਣ ਭਰਾ ਬੱਚੇ ਬੈਠੇ ਆ, ਤੁਸੀਂ ਉਹਨਾਂ ਤੱਕ ਪਹੁੰਚ ਕੀਤੀ ਹੈ ਤੇ ਤੁਹਾਡੇ ਮਾਧਿਅਮ ਰਾਹੀਂ ਪੂਰੀ ਦੁਨੀਆ ਦੇ ਵਿੱਚ ਸਾਡਾ ਸੰਦੇਸ਼ ਗਿਆ। ਇਸ ਲਈ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਤੇ ਜੀ ਆਇਆਂ ਨੂੰ। ਦੂਸਰੀ ਗੱਲ, ਜਿਹੜੀ ਲਾਠੀ ਚਾਰਜ ਦੀ ਹੈ ਨਾ, ਲਾਠੀ ਚਾਰਜ ਸਰਕਾਰਾਂ ਦਾ ਇੱਕ ਆਖਰੀ ਹਥਿਆਰ ਹੁੰਦਾ।
ਤੇ ਤੁਸੀਂ ਇਸ ਗੱਲ ਨੂੰ ਇਹ ਸਮਝ ਸਕਦੇ ਹੋ ਕਿ ਕਿਸਾਨ ਅੰਦੋਲਨ ਆਪਣੇ ਚਰਮ ਸੀਮਾ ਤੇ ਪਹੁੰਚ ਗਿਆ। ਹੁਣ ਗਵਰਨਮੈਂਟ ਨੇ ਆਪਣਾ ਆਖਰੀ ਹਥਿਆਰ ਚਲਾਉਣਾ ਸ਼ੁਰੂ ਕੀਤਾ। ਇਹਨੂੰ ਅਸੀਂ ਜਿੱਤ ਦੀ ਇੱਕ ਨਿਸ਼ਾਨੀ ਮੰਨਦੇ ਹਾਂ। ਗਵਰਨਮੈਂਟ ਦੀ ਲਾਠੀ ਚਾਰਜ ਹੋਊਗੀ, ਸਾਡੀ ਜਿੱਤ ਚਾਰਜ ਹੈ। ਅੱਜ ਦੇਖੋ ਗੁਰਨਾਮ ਸਿੰਘ ਚੜੂੰਨੀ ਜੀ ਗ੍ਰਿਫਤਾਰੀ ਦੇਣ ਗਏ ਆ, ਉਹਨਾਂ ਨਾਲ ਐਡਾ ਵੱਡਾ ਕਾਫਲਾ ਆ ਕਿ ਪਤਾ ਨਹੀਂ ਲੱਗਦਾ ਕਿ ਦੁਨੀਆ ਕਿੱਧਰੋਂ ਆ ਰਹੀ ਹੈ ਤੇ ਕਿੱਧਰ ਨੂੰ ਜਾ ਰਹੀ ਹੈ। ਉੱਥੋਂ ਦੇ ਲੋਕਲ ਵਿਧਾਇਕ ਨੂੰ ਮਾਫੀ ਮੰਗਣੀ ਪਈ ਹੈ। ਸੋ ਕੁੱਲ ਮਿਲਾ ਕੇ ਤੁਹਾਡੇ ਚੈਨਲ ਰਾਹੀਂ ਇੱਕ ਬੇਨਤੀ ਹੈ ਕਿ ਜਿਸ ਅਡਾਨੀ ਨੂੰ ਹੋਰ ਅਮੀਰ ਬਣਾਉਣ ਲਈ ਇੰਨੇ ਘਾਤਕ ਬਿੱਲ ਬਣਾਏ, ਬਿੱਲ ਪਾਰਲੀਮੈਂਟ 'ਚ ਉਦੋਂ ਪੇਸ਼ ਕੀਤੇ ਜਦੋਂ ਕਰੋਨਾ ਦੇ ਨਾਮ ਤੇ ਲੋਕਾਂ ਨੂੰ ਅੰਦਰ ਦਬੋ ਦਿੱਤਾ ਗਿਆ ਸੀ, ਬੰਦ ਕਰ ਦਿੱਤਾ ਗਿਆ ਸੀ। ਚਲੋ ਤੁਸੀਂ ਅਡਾਨੀ ਵਾਨੀ ਲਈ ਕਰ ਲਿਆ ਹੋਏਗਾ, ਪਰ ਅੱਜ ਅਡਾਨੀ ਕਿੱਥੇ ਹੈ ਜੀ? ਅੱਜ ਜਦੋਂ ਦੇਸ਼ ਨੂੰ ਆਕਸੀਜਨ ਦੀ ਜ਼ਰੂਰਤ ਪਈ ਤਾਂ ਉਹ ਪਰਿਵਾਰ ਸਮੇਤ ਵਿਦੇਸ਼ ਦੌੜ ਗਿਆ। ਜਿਹੜਾ ਇਸ ਦੇਸ਼ ਲਈ ਕੁਝ ਕਰ ਹੀ ਨਹੀਂ ਸਕਦਾ। ਹਾਲਾਂਕਿ ਮੈਂ ਕੁਛ ਟਾਟਾ ਵਾਲਿਆਂ ਦੀ ਜ਼ਰੂਰ ਨਿਊਜ਼ ਦੇਖੀ ਹੈ, ਉਹਨਾਂ ਨੇ ਅਨਾਉਂਸ ਕੀਤਾ ਕਿ ਉਹਨਾਂ ਦਾ ਕੋਈ ਅਗਰ ਇੰਪਲਾਈਜ਼ ਦੀ ਡੈਥ ਹੋ ਜਾਂਦੀ ਆ ਤਾਂ ਉਹਨੂੰ ਫਿਰ ਵੀ 56-57 ਸਾਲ ਤੱਕ ਅਸੀਂ ਸੈਲਰੀ ਦਿਆਂਗੇ, ਪਰਿਵਾਰ ਦੀ ਦੇਖ ਰੇਖ ਦਿਆਂਗੇ। ਪਰ ਟਾਟਾ ਵਾਲੇ ਇਹ ਅਡਾਨੀ ਵਾਨੀ ਰਿਲਾਇੰਸ ਗਰੁੱਪ ਤਾਂ ਕਿਤੇ ਨਜ਼ਰ ਹੀ ਨਹੀਂ ਆ ਰਿਹਾ ਦੇਸ਼ ਲਈ। ਜਿਹੜਾ ਦੇਸ਼ ਦਾ ਹੀ ਨਹੀਂ ਹੈਗਾ ਮੈਡਮ ਜੀ, ਉਹਦੇ ਲਈ ਕਿਉਂ ਸਰਕਾਰਾਂ ਇੰਨਾ ਕਰਦੀਆਂ? ਰਹੀ ਗੱਲ ਪ੍ਰਧਾਨ ਮੰਤਰੀ ਜੀ ਨੂੰ ਸਾਡੀ ਅਪੀਲ ਆ, ਅਸੀਂ ਜੀ ਸ਼ਬਦ ਬੋਲਦੇ, ਸਤਿਕਾਰ ਨਾਲ ਬੋਲਦੇ ਹਾਂ। ਸਾਡੇ ਹੀ ਦੇਸ਼ ਦਾ ਸਾਡਾ ਹੀ ਚੁਣਿਆ ਹੋਇਆ ਪ੍ਰਧਾਨ ਮੰਤਰੀ ਹੈ। ਸੋ ਅਸੀਂ ਉਸ ਨੂੰ ਬੇਨਤੀ ਕਰਦੇ ਹਾਂ, ਪੂਰੇ ਜ਼ੋਰ ਨਾਲ ਕਰਦੇ ਹਾਂ ਵੀ ਇਹਨੂੰ ਵਾਪਸ ਲੈ ਲਓ। ਦਿੱਲੀ ਸਾਡੇ 400 ਕਿਸਾਨ ਸ਼ਹੀਦ ਹੋ ਗਿਆ। ਅੱਜ ਯੂਪੀ ਸਾਈਡ ਇੱਕ ਹੰਥਣੀ ਦੇ ਮੂੰਹ ਤੇ ਕਿਸੇ ਨੇ ਪਟਾਕਾ ਚਲਾਇਆ ਸੀ, ਪੂਰੀ ਗੌਰਮੈਂਟ ਐਂ ਹਿੱਲ ਗਈ ਸੀ ਜਿਵੇਂ ਪਤਾ ਨਹੀਂ ਅਮਰੀਕਾ ਨੇ ਹਮਲਾ ਕਰ ਦਿੱਤਾ ਹੋਵੇ ਇੱਧਰ ਨੂੰ। 400 ਕਿਸਾਨਾਂ ਦੀਆਂ ਲਾਸ਼ਾਂ ਚੱਕੀਆਂ ਗਈਆਂ। ਤੁਹਾਡਾ ਦਿਲ ਨਹੀਂ ਹੈ ਇਹਨਾਂ ਨੂੰ? ਇਹਨਾਂ ਦੇ ਵਿੱਚ ਇੱਕ ਸ਼ਖਸ ਜਿਹਦਾ ਸਤਿਕਾਰ ਹੈ ਇੰਡੀਆ 'ਚ, ਰਾਜਨਾਥ ਸਿੰਘ। ਉਹ ਕਮ ਸੇ ਕਮ ਬਾਹਰ ਆ ਕੇ ਕਿਸੇ ਟਾਈਮ ਉਹ ਯੂਪੀ ਦੇ ਸੀਐਮ ਹੁੰਦੇ ਸੀ। ਟਕੈਤ ਸਾਹਿਬ ਦੇ ਫਾਦਰ ਉਸ ਟਾਈਮ ਕਿਸਾਨ ਆਗੂ। ਉਸ ਮੌਕੇ ਉਸੇ ਬੰਦੇ ਦੀ ਸਟੇਟਮੈਂਟ ਸੀ ਕਿ ਕਿਸਾਨਾਂ ਨੂੰ ਲਾਠੀ ਚਾਰਜ ਕਰਨ ਵਾਲੀ ਸਰਕਾਰ ਮਹਾ ਘਟੀਆ ਸਰਕਾਰ ਹੁੰਦੀ ਹੈ। ਤੇ ਅੱਜ ਉਹ ਸਰਕਾਰ ਦੇ ਸੁਪਰੀਮ ਮੰਤਰੀ ਨੇ, ਅੱਜ ਉਹਨਾਂ ਨੂੰ ਦਿਖ ਨਹੀਂ ਰਿਹਾ। ਕਿ ਟੋਹਾਣਾ ਦੀ ਗੱਲ ਕੀਤੀ, ਉੱਥੇ ਹੀ ਅੱਜ ਜਿਸ ਤਰੀਕੇ ਦੇ ਨਾਲ ਟਕੈਤ ਸਾਹਿਬ ਪਹੁੰਚੇ, ਉਗਰਾਹਾਂ ਸਾਹਿਬ ਪਹੁੰਚੇ, ਉਹਨਾਂ ਨੇ ਜਾ ਕੇ ਚੀਜ਼ ਕਈ ਕਿਸਾਨਾਂ ਨੂੰ ਵੀ ਗ੍ਰਿਫਤਾਰ ਕਰ ਲਓ। ਕਿਉਂਕਿ ਕੁਝ ਦਿਨ ਪਹਿਲਾਂ ਜਦੋਂ ਹਰਿਆਣਾ ਦੇ ਐਮਐਲਏ ਬਬਲੀ ਦੇ ਵੱਲੋਂ ਗਲਤ ਸ਼ਬਦਾਵਲੀ ਵਰਤੀ ਗਈ ਸੀ ਕਿਸਾਨਾਂ ਦੇ ਲਈ, ਤਾਂ ਉੱਥੇ ਲਾਠੀ ਚਾਰਜ ਕੀਤਾ ਗਿਆ, ਕੁਝ ਕਿਸਾਨ ਅਰੈਸਟ ਵੀ ਕੀਤੇ ਗਏ। ਉਹਨਾਂ ਦੇ ਕਰਕੇ ਉਹ ਪਹੁੰਚੇ, ਪਰ ਅਜੇ ਉਹਨਾਂ ਨੇ ਕੋਈ ਅਰੈਸਟ ਨਹੀਂ ਕੀਤਾ ਉਹਨਾਂ ਨੂੰ ਅੱਗੋਂ। ਸੋ ਇੱਦਾਂ ਦੀ ਜਦੋਂ ਚੀਜ਼ਾਂ ਦੇਖ ਰਹੇ ਹੋ, ਜਿਸ ਤਰੀਕੇ ਦੇ ਹਾਲਾਤ ਬਣ ਰਹੇ ਨੇ ਆਪਣੇ ਦੇਸ਼ ਦੇ ਵਿੱਚ, ਸਰਕਾਰਾਂ ਤੇ ਲੋਕਾਂ ਦੇ ਵਿੱਚ ਜਿਹੜੇ ਆਮੋ ਸਾਹਮਣੇ ਹੋ ਰਹੇ ਨੇ ਇੱਕ ਦੂਜੇ ਦੇ, ਕੀ ਲੱਗਦਾ ਕਿ ਆਉਣ ਵਾਲੇ ਹਾਲਾਤ ਕਿੱਦਾਂ ਦੇ ਹੋ ਜਾਣਗੇ ਦੇਸ਼ ਦੇ? ਮੈਨੂੰ ਇਹ ਲੱਗਦਾ ਜਿਵੇਂ ਅੱਜ ਕੱਲ੍ਹ ਆਪਾਂ ਪੜ੍ਹਦੇ ਆ ਨਾ ਭੈਣ ਜੀ, ਤੁਸੀਂ ਇੱਕ ਆਪਾਂ ਗੱਲ ਦੇਖਦੇ ਹਾਂ, ਕਦੇ ਡਾਇਨਾਸੌਰ ਹੁੰਦਾ ਸੀ, ਕਿਤੇ ਇਹੋ ਜਿਹਾ ਕੰਮ ਨਾ ਹੋ ਜਾਵੇ ਵੀ ਆਉਣ ਵਾਲੀਆਂ ਪੀੜ੍ਹੀਆਂ ਪੜ੍ਹਿਆ ਕਰਨ ਵੀ ਕਿਤੇ ਪੰਜਾਬ ਵੀ ਹੁੰਦਾ ਸੀ। ਸਾਨੂੰ ਤਾਂ ਇਹੀ ਡਰ ਲੱਗ ਰਿਹਾ। ਦੇਖੋ ਮੈਡਮ, ਕਿੰਨਾ ਟਾਈਮ ਇਮੀਗ੍ਰੇਸ਼ਨ ਰਹੂਗੀ? ਇੱਕ ਦਿਨ ਤਾਂ ਇਮੀਗ੍ਰੇਸ਼ਨ ਵਾਲਾ ਨਹੀਂ ਬੰਦ ਕਰ ਜਾਣਾ ਹੈ, ਫਿਰ ਅਸੀਂ ਬੱਚਿਆਂ ਨੂੰ ਭੇਜਾਂਗੇ ਕਿੱਥੇ? ਇੱਕ ਪਾਸੇ ਕਿਹਾ ਜਾਂਦਾ ਬੇਟੀ ਬਚਾਓ, ਬੇਟੀ ਪੜ੍ਹਾਓ, ਤਾਂ ਫਿਰ ਉਹਨੂੰ ਠਹਿਰਾਓ ਕਿੱਥੇ? ਕੋਈ ਤਾਂ ਬੰਦੋਬਸਤ ਕਰੋ। ਕਿਸੇ ਕੋਲ ਨੌਕਰੀਆਂ ਨਹੀਂ ਹੈਗੀਆਂ, ਰੁਜ਼ਗਾਰ ਨਹੀਂ ਹੈਗੇ। ਔਰ ਤੁਸੀਂ ਛੋਟਿਆਂ ਨੂੰ ਦੇਖੋ, ਸਭ ਤੋਂ ਪਹਿਲਾਂ ਇਹਨਾਂ ਨੇ ਨੋਟਬੰਦੀ ਕੀਤੀ। ਇਹ ਸਾਨੂੰ ਕਹੀ ਜਾਂਦੇ ਜੀ ਇਹਨਾਂ ਦੀ ਸਮਝ ਹੀ ਨਹੀਂ ਆਈ ਨੋਟਬੰਦੀ। ਸਾਡੇ ਸਮਝ ਸੱਚਮੁੱਚ ਹੀ ਨਹੀਂ ਆਈ, ਕਿਉਂਕਿ ਜੋ ਸਾਡਾ ਸਾਰਾ ਪੈਸਾ ਚੱਕ ਕੇ ਸਰਕਾਰਾਂ ਲੈ ਗਈਆਂ ਤੇ ਸਾਪੇ ਸਮਝ ਨਹੀਂ ਆਈ, ਆਪੇ ਲੋਕ ਬੇਵਕੂਫ ਬਣ ਗਏ। ਕਿੰਨੇ ਛੋਟੇ ਵਰਗ ਨੂੰ ਉਸ ਟਾਈਮ ਕਮਰ ਤੋੜ ਦਿੱਤੀ ਗਈ ਤੇ ਵੱਡਿਆਂ ਦੇ ਘਰ ਦੇ ਭਰ ਦਿੱਤੇ ਗਏ। ਹਾਂ, ਅਸੀਂ ਕਿਸੇ ਤੇ ਕਿੰਤੂ ਨਹੀਂ ਕਰਦੇ, ਪਰ ਉਸ ਟਾਈਮ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ 300 ਕਰੋੜ ਰੁਪਈਆ ਕਾਲਾ ਧਨ ਇਕੱਠਾ ਹੋਇਆ ਆ ਨੋਟਬੰਦੀ 'ਚ। ਥੋੜ੍ਹਾ ਜਿਹਾ ਲੌਜਿਕ ਵਰਤਿਓ, ਜੇ 300 ਕਰੋੜ ਇਕੱਠਾ ਹੋਇਆ ਤਾਂ ਜਾਪਾਨ ਤੋਂ 100 ਕਰੋੜ ਦੀ ਗ੍ਰਾਂਟ ਲੋਨ ਲਿੱਤਾ ਜਾ ਰਿਹਾ ਆ ਮੈਟਰੋ ਚਲਾਉਣ ਲਈ, ਫਿਰ 300 ਕਰੋੜ ਕਿੱਥੇ ਗਿਆ? ਫਿਰ ਬਾਹਰ ਵਾਲਿਆਂ ਤੋਂ ਕਿਉਂ ਇਹਨੇ ਕੀਤਾ ਜਾ ਰਿਹਾ? ਸੋ ਗੱਲ ਇਹ ਆ, ਸਾਨੂੰ ਕਿਹਾ ਜਾਂਦਾ ਵੀ ਚੀਨੀ ਲੋਕਾਂ ਨਾਲ, ਚਾਈਨਾ ਵਾਲਿਆਂ ਨਾਲ ਨਾ ਵਰਤਿਆ ਜਾਵੇ। ਚਾਈਨੀ ਜਿਹੜੇ ਆ, ਪਾਕਿਸਤਾਨੀ ਜਿਹੜੇ ਆ, ਇਹ ਦੇਸ਼ ਧਰੋਹੀ ਹੁੰਦੇ ਨੇ। ਖੁਦ ਪਟੇਲ ਦੀ ਮੂਰਤੀ ਕਿੱਥੋਂ ਆਈ ਹੈ ਜੀ? ਅਸੀਂ ਪਟੇਲ ਜੀ ਦਾ ਬਹੁਤ ਸਤਿਕਾਰ ਕਰਦੇ ਹਾਂ, ਬੜੀ ਵਧੀਆ ਸ਼ਖਸੀਅਤ ਨੇ। ਉਹਨਾਂ ਨੇ ਸਾਰੇ ਭਾਰਤ ਦੇ ਅੰਦਰ ਰਿਆਸਤਾਂ ਤੋੜ ਕੇ ਇੱਕ ਵਿਸ਼ਾਲ ਭਾਰਤ ਬਣਾਇਆ ਸੀ। ਇਸ ਕਰਕੇ ਉਹਨਾਂ ਦੀ ਕਦਰ ਹੈ, ਉਹਨਾਂ ਦੇ ਨਾਂ 'ਤੇ ਸਕੂਲ ਕਾਲਜ ਬਣਾਏ ਜਾਂਦੇ। ਪਰ 300 ਕਰੋੜ ਰੁਪਈਆ ਜਿਹੜਾ ਉਹ ਚੱਕ ਕੇ ਚਾਈਨਾ ਨੂੰ ਦਿੱਤਾ ਗਿਆ, ਇਹ ਕਿੱਥੋਂ ਦੀ ਖਾਸੀਅਤ ਹੈ? ਇਹ ਗਲਤ ਹੈ। ਅਸੀਂ ਸਰਕਾਰਾਂ ਨੂੰ ਇਹੀ ਗੱਲ ਕਹਿੰਦੇ ਹਾਂ ਕਿ ਤੁਹਾਡੇ ਨਾਲ ਟੱਕਰ ਨਹੀਂ ਹੈ ਕੋਈ ਵੀ। ਅਸੀਂ ਇਹ ਨਹੀਂ ਕਹਿੰਦੇ ਕਿ ਬਾਹਰ ਨਿਕਲ ਆਓ ਤੁਸੀਂ, ਅਸੀਂ ਵੀ ਡਾਂਗਾ ਚੁੱਕਦੇ ਹਾਂ। ਰਫਲ ਤੇ ਡਾਂਗ ਦਾ ਕੋਈ ਮੇਲ ਨਹੀਂ ਹੁੰਦਾ। ਹਰਿਆਣੇ ਦੇ ਵਿੱਚ ਸੰਯੁਕਤ ਮੋਰਚੇ ਨੇ ਸਾਫ਼ ਕਹਿ ਦਿੱਤਾ ਕਿ ਕੋਈ ਕਿਸਾਨ ਲਾਠੀ ਵੀ ਨਹੀਂ, ਉਹ ਲੱਠ ਕਹਿੰਦੇ, ਅਸੀਂ ਲਾਠੀ ਕਹਿੰਦੇ ਹਾਂ, ਉਹ ਵੀ ਨਹੀਂ ਚੁੱਕੇਗਾ। ਬਿਨਾਂ ਜੋ ਸੱਤਿਆਗ੍ਰਹਿ ਅੰਦੋਲਨ ਆਜ਼ਾਦੀ ਲਈ ਚੱਲਿਆ ਸੀ,
ਇਹ ਦੂਸਰਾ ਹੀ ਚੱਲ ਪਿਆ ਉਸ ਤਰੀਕੇ ਦਾ। ਹਜੇ ਵੀ ਸਮਾਂ ਹੈਗਾ, ਸਰਕਾਰਾਂ ਅੱਗੇ ਆਉਣ, ਅੱਗੇ ਆ ਕੇ ਇਹਨਾਂ ਨਾਲ ਟੇਬਲ ਟਾਕ ਗੱਲਬਾਤ ਕਰਨ। ਗੱਲਬਾਤ ਦੇ ਵਿੱਚੋਂ ਸਾਰੇ ਮਸਲੇ ਹੱਲ ਹੋ ਜਾਂਦੇ ਆ ਜੀ। ਅੱਜ ਤੱਕ ਬੜੇ ਬੜੇ ਮਸਲੇ ਜਿਹੜੇ ਆ ਉਹ ਗੱਲਬਾਤ ਰਾਹੀਂ ਹੱਲ ਹੋਏ ਆ। ਉਹ ਇਸੇ ਕਰਕੇ ਅਸੀਂ ਕਿਉਂ ਖੜਦੇ ਹਾਂ। ਸਾਡੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਬਰ ਨੂੰ ਜਾਬਰ ਕਹਿ ਕੇ ਪਹਿਲੇ ਦਿਨ ਤੋਂ ਹੀ ਸਾਫ਼ ਕਰ ਦਿੱਤਾ ਸੀ ਵੀ ਜਦੋਂ ਵੀ ਦੇਸ਼ ਲਈ ਜਾਂ ਸਮਾਜ ਲਈ ਤੁਹਾਡੀ ਲੋੜ ਪਈ ਤੁਸੀਂ ਤਿਆਰ ਰਹਿਣਾ। ਅਸੀਂ ਤਿਆਰ ਹਾਂ। ਸਾਨੂੰ ਤਾਂ 180 ਦਿਨ ਹੋ ਗਏ ਅਸੀਂ ਇੱਥੇ ਖੜਦੇ ਹਾਂ ਤੇ ਹਰ ਰੋਜ਼ ਮੈਸੇਜ ਦਿੰਦੇ ਹਾਂ ਤੇ ਤੁਹਾਡੇ ਰਾਹੀਂ ਮੇਰੇ ਖਿਆਲ ਕੋਈ 1000-1500 ਮੈਸੇਜ ਤੁਹਾਡੇ ਰਾਹੀਂ ਗਿਆ। ਅੱਜ ਫਿਰ ਮੈਸੇਜ ਦੇ ਰਹੇ ਹਾਂ ਵੀ ਇਹਨਾਂ ਲੋਕਾਂ ਦੀ ਗੱਲ ਨੂੰ ਸੁਣੋ, ਮੰਨੋ। ਇਹ ਇੰਨੀ ਗਰਮੀ 'ਚ ਤੁਸੀਂ ਏਸੀਆਂ 'ਚ ਬੈਠੇ ਹੋ। ਸਰਕਾਰ ਜੋ PM ਸਾਹਿਬ 8-8 ਹਜ਼ਾਰ ਕਰੋੜ ਦੇ ਜਹਾਜ਼ ਨੇ, ਕਿਹੜੀ ਸਹੂਲਤ ਨਹੀਂ ਹੈਗੀ। ਕਿੰਨੀ ਮਤਲਬ CRP ਫੌਜ ਕਿੰਨੀ ਸਿਕਿਉਰਿਟੀ ਲਈ ਲਾਈ ਹੋਈ ਆ ਚਾਰ ਸਵੇਰੇ। ਆਜ਼ਾਦ ਜ਼ਿੰਦਗੀ ਜਿਓ ਜਿਵੇਂ ਤੁਹਾਡੀ ਪਹਿਲਾਂ ਜ਼ਿੰਦਗੀ ਸੀ। ਅੱਗੇ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ? मेरा सुरेश नाम है जी। ਓਕੇ, ਕਿੱਥੋਂ ਆਏ ਹੋ? मैं 39। ਓਕੇ, ਯਹੀਂ ਲੋਕਲ ਹੋ? हाँ, ਠੀਕ ਹੈ, ਕਿੰਨੇ ਟਾਈਮ ਤੋਂ ਆ ਰਹੇ ਹੋ? यहाँ हमारे को 6 महीने हुए थे। ਤੁਸੀਂ ਵੀ ਫਰਸਟ ਡੇ ਤੋਂ ਕੰਟੀਨਿਊ ਆ ਰਹੇ ਹੋ? हाँ, पहले दिन से लगातार। ਸੋ ਕੋਈ ਚੇਂਜ ਲੱਗਾ ਸਟਾਰਟਿੰਗ ਤੋਂ ਲੈ ਕੇ ਹੁਣ ਤੱਕ ਅੰਦੋਲਨ ਦੇ ਵਿੱਚ? हाँ, बहुत ज़्यादा। पहले कम संख्या थी, अब ज़्यादा संख्या हो गई मने। हाँ, लोग जुड़ रहे हैं, रोज रोज जुड़ रहे हैं। ਤੇ ਤੁਹਾਡੇ ਪਰਿਵਾਰ ਵਿੱਚੋਂ ਕਿੰਨੇ ਲੋਕ ਆਉਂਦੇ ਨੇ? नहीं, मैं परिवार से अकेला हूँ। ਅੱਛਾ, ਤੁਸੀਂ ਇਕੱਲੇ ਆਉਂਦੇ ਹੋ। ਸੋ ਕੀ ਲੱਗਦਾ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਸਰਕਾਰਾਂ ਦੇ ਤੱਕ ਆਪਣੀ ਗੱਲ ਨੂੰ ਪਹੁੰਚਾਇਆ ਜਾ ਸਕਦਾ ਹੈ? ਕਿਸ ਤਰੀਕੇ ਨਾਲ ਸਰਕਾਰਾਂ ਮੰਨ ਸਕਦੀਆਂ ਨੇ? ਕਿਉਂਕਿ ਇਹ ਚੀਜ਼ ਹੋ ਸਕਦਾ ਹੈ ਕਿ ਤੁਸੀਂ ਵੀ ਆਪਣੀ ਜ਼ਿੰਦਗੀ 'ਚ ਪਹਿਲੀ ਵਾਰ ਇੱਦਾਂ ਅੰਦੋਲਨ ਦੇਖਿਆ ਹੋਏਗਾ। हाँ, ज़िंदगी में पहली बार इतना लंबा आंदोलन देखा है। ये सरकार की हट है, ये नाजायज़ है। हम इसी देश के हैं, इसी देश के हमारा बना प्रधानमंत्री है, उन्होंने हमारी बेगाने नहीं समझने चाहिए, बात सुननी चाहिए। ਪਰ ਕਿਉਂ ਕੀ ਲੱਗਦਾ ਹੈ ਆਪਣੇ ਲੋਕਾਂ ਨੂੰ ਬੇਗਾਨਾ ਕਿਉਂ ਫੀਲ ਕਰਵਾਇਆ ਜਾ ਰਿਹਾ ਹੈ, ਮਹਿਸੂਸ ਆਪਣੇ ਦੇਸ਼ ਦੇ ਵਿੱਚ? तो क्या पता, कोई गुमराह कर रहे हैं। ਤੁਸੀਂ ਫੀਲ ਮਹਿਸੂਸ ਕਰਦੇ ਹੋ ਆਪਣਾ ਵੀ ਤੁਹਾਡਾ ਆਪਣਾ ਦੇਸ਼ ਹੈ, ਤੇ ਤੁਹਾਨੂੰ ਵੀ ਲੱਗਦਾ ਹੈ ਕਿ ਨਹੀਂ ਸਾਨੂੰ ਇਹ ਚੀਜ਼ ਮਹਿਸੂਸ करवाई जा रही है कि साडा देश ही नहीं है? ना, जिस तरह ये 6 महीने से बात नहीं कर रहे, ऐसा लग रहा है जैसे हम या वो दूसरे देश के हैं, ऐसा महसूस हो रहा है। अगर अपने देश के होते तो बात करनी चाहिए थी। ਸੁਣਦੇ ਛੇਤੀ ਗੱਲ। ये सरकार की जिम्मेवारी है, किसी भी तरह बात करके इसका समाधान निकालना चाहिए, सरकार की जिम्मेवारी है। ਪਰ ਜਿੱਥੇ ਇੰਨੀਆਂ ਮੀਟਿੰਗਸ ਹੋਈਆਂ ਉਦੋਂ ਹੱਲ ਨਹੀਂ ਨਿਕਲਿਆ, ਫਿਰ ਚਿੱਠੀ ਲਿਖੀ ਗਈ ਹੈ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਕਿ ਬੈਠ ਕੇ ਟੇਬਲ ਟਾਕ ਦੇ ਰਾਹੀਂ ਜਿਹੜਾ ਇੱਕ ਮਸਲੇ ਦਾ ਹੱਲ ਕੱਢਿਆ ਜਾਵੇ। ਪਰ ਤੁਹਾਨੂੰ ਇਹ ਚੀਜ਼ ਕੀ ਲੱਗਦੀ ਕਿ ਸਰਕਾਰਾਂ ਹੁਣ ਗੱਲ ਕਰਨਗੀਆਂ? ਜੇ ਕਰਨਗੇ ਤਾਂ ਕਿ ਸੁਣਨਗੀਆਂ? नहीं, फैसला तो बातचीत से होगा, और तो कोई रास्ता ही नहीं है। चाहे भले ही देर सवेर कभी भी करो, बातचीत करनी पड़ेगी। बातचीत के बगैर तो कोई समाधान नहीं मिलेगा। ਸਤਿ ਸ਼੍ਰੀ ਅਕਾਲ ਜੀ, ਕੀ ਨਾਮ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਰਵਿੰਦਰ ਸਿੰਘ ਹੈ ਜੀ। ਓਕੇ, ਅਰਵਿੰਦਰ ਸਿੰਘ ਜੀ, ਕਦੀ ਜ਼ਿੰਦਗੀ 'ਚ ਸੋਚਿਆ ਸੀ ਇਦਾਂ ਅੰਦੋਲਨ 'ਚ ਕਦੀ ਖੜਨਾ ਪਏਗਾ? ਨਹੀਂ ਸੋਚਿਆ ਕਦੇ ਨਹੀਂ ਸੀ। ਅੱਗੇ ਵੀ ਜਦੋਂ ਜਿੰਨੇ ਅੰਦੋਲਨ ਹੋਏ ਨੇ ਸੋਸ਼ਲ ਮੀਡੀਆ ਤੋਂ ਜ਼ਰੂਰ ਸਪੋਰਟ ਕੀਤੀ ਆ, ਬਟ ਐਵੇਂ ਕਦੇ ਸੋਚਿਆ ਨਹੀਂ ਸੀ ਵੀ ਕਦੇ ਇਸ ਤਰ੍ਹਾਂ ਸੜਕਾਂ ਤੇ ਖੜਾਂਗੇ ਆ ਕੇ। ਪਰ ਚਲੋ ਇਹ ਅੰਦੋਲਨ ਜਿਹੜਾ ਹੈਗਾ ਇੱਕ ਜਨਹਿਤ ਅੰਦੋਲਨ ਆ, ਤੇ ਸਰਕਾਰ ਜਿੱਥੇ ਆਪਣੀਆਂ ਜ਼ਿੰਮੇਵਾਰੀਆਂ ਭੁੱਲ ਚੁੱਕੀ ਆ, ਉੱਥੇ ਆਪਣੇ ਆਪ ਨੂੰ ਕਿਤੇ ਨਾ ਕਿਤੇ ਲੱਗਿਆ ਵੀ ਨਹੀਂ ਸਰਕਾਰ ਭੁੱਲ ਚੁੱਕੀ ਆ, ਪਰ ਸਾਨੂੰ ਖੜਨਾ ਚਾਹੀਦਾ ਜਾ ਕੇ, ਕਿਉਂਕਿ ਜਮਾਂ ਹੀ ਇਨਸਾਨੀਅਤ ਦਾ ਜਿਹੜਾ ਘਾਣ ਹੋ ਰਿਹਾ। ਸਰਕਾਰ ਇੱਕ ਆਪਣੇ ਨਿੱਜੀ ਹਿੱਤਾਂ ਨੂੰ ਲੈ ਕੇ ਚੱਲ ਪਈ ਹੈ ਤੇ ਲੋਕ ਹਿੱਤਾਂ ਨੂੰ ਭੁੱਲ ਚੁੱਕੀ ਹੈ, ਇਸ ਲਈ ਇੱਥੇ ਆਉਣ ਲਈ ਮਜਬੂਰ ਹੋਣਾ ਪਿਆ। ਸੋ ਕਦੀ ਘਰ ਵਿੱਚ ਗੱਲ ਹੋਈ ਸੀ ਇਦਾਂ ਅੰਦੋਲਨ ਨੂੰ ਲੈ ਕੇ? ਕਿਉਂਕਿ ਇਹ ਅੰਦੋਲਨ ਆਈ ਥਿੰਕ ਫਸਟ ਟਾਈਮ ਇਦਾਂ ਦਾ ਪਹਿਲੀ ਵਾਰ ਅੰਦੋਲਨ ਆ ਜਿਹੜਾ ਇਹਨਾਂ ਪੀਸਫੁਲੀ ਸ਼ਾਂਤੀ ਨਾਲ ਚੱਲ ਰਿਹਾ। ਬਿਲਕੁਲ ਜੀ, ਕਦੇ ਘਰ ਵਿੱਚ ਇਸ ਤਰ੍ਹਾਂ ਦੀ ਕਦੇ ਗੱਲ ਪਹਿਲੇ ਨਹੀਂ ਹੋਈ। ਪਹਿਲੇ ਸੁਣਿਆ ਜ਼ਰੂਰ ਹੈ, ਇਤਿਹਾਸ ਪੜ੍ਹਿਆ ਵੀ ਦੇਖਦੇ। ਅੰਦੋਲਨਾਂ ਦੇ ਬਾਰੇ? ਹਾਂਜੀ, ਪਰ ਜਿਹੜਾ ਇਹ ਕਰਨ ਚੱਲੇ ਆ, ਜਿਹੜੇ ਹੁਣ ਲੱਗੇ ਹੋਏ ਆ ਅੰਦੋਲਨ ਦੇ ਵਿੱਚ ਖੜਦੇ ਪਏ ਆ, ਇਹ ਆਪਣੇ ਆਪ 'ਚ ਇੱਕ ਇਹ ਹੈ ਵੀ ਇੱਕ ਪੀਸਫੁਲ ਹੈ ਤਾਂ ਹੀ ਆ ਰਹੇ ਆ, ਕਿਉਂਕਿ ਹਿੰਸਾ ਦੇ ਅਗੇਂਸਟ ਇੱਕ ਲੜਾਈ ਪੜਾਈ ਦੇ ਅਗੇਂਸਟ ਅਸੀਂ ਵੀ ਹੈਗੇ ਆ। ਅਸੀਂ ਵੀ ਚਾਹੁੰਦੇ ਆ ਵੀ ਲੋਕ ਹਿੱਤਾਂ ਨਾਲ ਖੜੀਏ, ਪਰ ਇੱਕ ਸ਼ਾਂਤੀਪੂਰਵਕ ਖੜੀਏ, ਇੱਕ ਸ਼ਾਂਤਮਈ ਢੰਗ ਨਾਲ ਖੜਦੇ ਆ ਰਹੇ ਆ ਤੇ ਖੜ ਵੀ ਰਹੇ ਆ ਤੇ ਖੜਦੇ ਵੀ ਰਹਾਂਗੇ। ਕਿਵੇਂ ਮਹਿਸੂਸ ਕਰਦੇ ਹੋ ਆਪਣੇ ਦੇਸ਼ ਦੇ ਵਿੱਚ ਆਪਣੀਆਂ ਸਰਕਾਰਾਂ ਨਹੀਂ ਸੁਣ ਰਹੀਆਂ, ਬਾਹਰਲੇ ਦੇਸ਼ਾਂ ਤੱਕ ਗੂੰਜ ਪਹੁੰਚ ਚੁੱਕੀ ਹੈ ਇਸ ਅੰਦੋਲਨ ਦੀ? ਬਸ ਇਸੇ ਗੱਲ ਦੀ ਸ਼ਰਮਿੰਦਗੀ ਸ਼ਾਇਦ ਸਰਕਾਰ ਨੂੰ ਨਹੀਂ ਹੋ ਰਹੀ, ਪਰ ਸਾਨੂੰ ਹੋ ਰਹੀ ਹੈ ਵੀ ਅਸੀਂ ਮੈਂ ਵੀ ਇੱਕ ਲੋ ਦਾ ਸਟੂਡੈਂਟ ਹੈਗਾ ਜੀ, ਲੋ ਦੀ ਪੜ੍ਹਾਈ ਕਰ ਰਹੇ ਹਾਂ, ਤੇ ਕਿੱਥੇ ਅਸੀਂ ਲੋ ਪੜ੍ਹ ਕੇ ਆ ਰਹੇ ਹਾਂ ਵੀ ਕਨਸਟੀਟਿਊਸ਼ਨ ਕਿਵੇਂ ਸਾਰੇ ਦੇਸ਼ਾਂ ਤੋਂ ਅਸੀਂ ਇਕੱਠਾ ਕਰਕੇ ਨਾ ਬਣਾਇਆ, ਤੇ ਕਿੱਥੇ ਅਸੀਂ ਉਹਦੇ ਉਲਟ ਜਾ ਕੇ ਤੇ ਸਾਰੀਆਂ ਜਿਹੜੀਆਂ ਇੱਕ ਸਮਝ ਲਓ ਵੀ ਲੋਕ ਹਿੱਤਾਂ ਨੂੰ ਛਿੱਕੇ ਤੇ ਟੰਗ ਕੇ ਅਸੀਂ ਗਲਤ ਢੰਗ ਨਾਲ ਚੱਲਦੇ ਪਏ ਹਾਂ, ਤੇ ਸਰਕਾਰਾਂ ਸੁਣ ਵੀ ਨਹੀਂ ਰਹੀਆਂ। ਦਿਖ ਰਿਹਾ ਉਹਨਾਂ ਨੂੰ ਵੀ ਸੜਕਾਂ ਤੇ ਬੈਠੇ ਨੇ ਹੱਕਾਂ ਲਈ, ਬਿਲਕੁਲ ਠੀਕ ਨੇ, ਪਰ ਕਿਤੇ ਨਾ ਕਿਤੇ ਉਹਨਾਂ ਦੇ ਅੰਦਰੂਨੀ ਹਿੱਤ ਜਿਹੜੇ ਨਿੱਜੀ ਹਿੱਤ ਨੇ
ਉਹ ਮੇਰੇ ਖਿਆਲ ਨਾਲ ਇਸ ਅੰਦੋਲਨ ਤੋਂ ਕਿਤੇ ਜ਼ਿਆਦਾ ਵੱਡੇ ਨੇ, ਜਿਹੜੇ ਉਹ ਇਹਨਾਂ ਗੱਲਾਂ ਨੂੰ ਅਣਗੌਲਿਆਂ ਕਰਕੇ ਆਪਣੀ ਕੜੀ 'ਚ ਬੈਠੀਆਂ ਵੀ ਅਸੀਂ ਕਾਨੂੰਨ ਰੱਦ ਨਹੀਂ ਕਰ ਸਕਦੇ। ਕੀ ਲੱਗਦਾ ਹੈ ਕਰੋਨਾ ਜ਼ਿਆਦਾ ਵੱਡਾ ਹੈ ਕਿ ਕਾਨੂੰਨ ਜ਼ਿਆਦਾ ਖਤਰਨਾਕ ਨੇ ਸਰਕਾਰਾਂ ਦੇ ਲਈ? ਦੇਖੋ ਕਰੋਨਾ ਵੱਡਾ ਹੋ ਸਕਦਾ ਆ, ਪਰ ਕਾਨੂੰਨ ਤਾਂ ਸਾਨੂੰ ਪਤਾ ਹੀ ਆ ਨਾ ਵੀ ਗਲਤ ਹੀ ਨੇ। ਕਿਉਂਕਿ ਸਰਕਾਰਾਂ ਇਹ ਚੀਜ਼ ਕਹਿ ਰਹੀਆਂ ਬਾਰ-ਬਾਰ ਜਿਸ ਤਰੀਕੇ ਨਾਲ ਕਿ ਕਰੋਨਾ ਫੈਲ ਰਿਹਾ ਹੈ, ਕਰੋਨਾ ਫੈਲ ਰਿਹਾ ਹੈ, ਪਰ ਉੱਥੇ ਹੀ ਟਕੈਤ ਸਾਹਿਬ ਨੇ ਚੀਜ਼ ਕਹੀ ਸੀ ਕਿ ਜੇ ਇਹ ਚੀਜ਼ ਦਾ ਤੇ ਤੁਸੀਂ ਮਸਲੇ ਦਾ ਹੱਲ ਕਰੋ ਤਾਂ ਕਿਸਾਨ ਉੱਠ ਕੇ ਬਾਹਰ ਚਲੇ ਜਾਣਗੇ। ਫਿਰ ਸਰਕਾਰਾਂ ਦੇ ਲਈ ਮਸਲਾ ਫਿਰ ਸਭ ਤੋਂ ਵੱਡਾ ਕਿਹੜਾ ਇਸ ਟਾਈਮ ਤੇ? ਨਹੀਂ, ਸਰਕਾਰਾਂ ਲਈ ਦੇਖੋ ਅੰਦਰ ਖਾਤੇ ਕੀ ਹੈ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ, ਹੈ ਨਾ ਜੀ। ਬਾਕੀ ਜਿੱਥੋਂ ਤੱਕ ਕਰੋਨਾ ਦੀ ਗੱਲ ਹੈ, ਜਿਵੇਂ ਦਿੱਲੀ ਤੋਂ ਸਾਨੂੰ ਲਗਭਗ 11 ਮਹੀਨੇ ਹੀ ਹੋ ਗਏ, ਜੇ ਅਸੀਂ ਪੰਜਾਬ ਤੋਂ ਦੇਖੀਏ ਵੀ ਬੈਠਿਆਂ ਨੂੰ ਤੇ ਦਿੱਲੀ 'ਚ ਬੈਠਿਆਂ ਨੂੰ, ਤਾਂ 11 ਮਹੀਨਿਆਂ ਤੋਂ ਸਾਡੇ ਪਰਿਵਾਰ ਵੀ ਜਿਵੇਂ ਦਿੱਲੀ 'ਚ ਬੈਠੇ ਨੇ, ਤਾਂ ਮੇਰੇ ਖਿਆਲ ਨਾਲ ਹਜੇ ਤੱਕ ਸਾਡੇ 'ਚੋਂ ਕੋਈ ਕੇਸ ਤਾਂ ਕਰੋਨਾ ਦਾ ਆਇਆ ਨਹੀਂ, ਜਾਂ ਕੋਈ ਕਹੀ ਹੈ ਵੀ ਕੋਈ ਇੰਜਰੀ ਹੋਈ ਆ ਜਾਂ ਕੋਈ ਡੈਥ ਹੋਈ ਹੈ, ਕੋਈ ਨਹੀਂ ਹੋਈ ਹਜੇ ਤੱਕ। ਤੇ ਜੇ ਘਰੇ ਬੈਠਿਆਂ ਨੂੰ ਸੈਪਰੇਟ ਲੋਕਡਾਊਨ 'ਚ ਲੋਕਾਂ ਨੂੰ ਬੈਠਿਆਂ ਨੂੰ ਜੇ ਡੈਥਾਂ ਹੋ ਰਹੀਆਂ ਨੇ, ਇਹਦਾ ਮਤਲਬ ਇਹ ਹੈ ਵੀ ਇਕੱਠ ਦੇ ਨਾਲ ਤਾਂ ਨਹੀਂ, ਘੱਟੋ ਘੱਟ ਇਹ ਡੈਥ ਹੋ ਰਹੀ ਹੈ ਨਾ। ਤੇ ਜਿੱਥੋਂ ਤੱਕ ਕਾਨੂੰਨਾਂ ਦਾ ਸਵਾਲ ਆ, ਤੇ ਅੱਜ ਦੇ ਸਮੇਂ 'ਚ ਜੇ ਮਹਿੰਗਾਈ ਦੇਖੀਏ ਤਾਂ ਉਹ ਚਰਮ ਸੀਮਾ ਤੋਂ ਉੱਪਰ ਟੱਪ ਚੁੱਪੀ ਆ। ਜੇ ਤੁਸੀਂ ਤੇਲ ਦੇਖੋ, ਹੋਰ ਚੀਜ਼ਾਂ ਦੇਖੋ, ਤਾਂ ਉਹ ਸਾਰੀਆਂ ਆਪਣੀਆਂ ਕਿਤੇ ਨਾ ਕਿਤੇ 10 ਸਾਲਾਂ ਦੇ ਰਿਕਾਰਡ ਤੋਂ ਉੱਪਰ ਜਾ ਚੁੱਕੀਆਂ ਨੇ। ਤੇ ਜੇ ਅੱਜ ਵੀ ਅਸੀਂ ਚੁੱਪ ਰਹਿ ਗਏ ਤਾਂ ਆਉਣ ਵਾਲੇ ਸਮੇਂ ਸਾਨੂੰ ਰੋਟੀ ਵੀ ਮਿਲ ਜੂਗੀ, ਦਾਣੇ ਮਿਲ ਜਾਣਗੇ, ਤੇ ਮੁਸ਼ਕਿਲ ਆ ਵੀ ਨਹੀਂ ਮਿਲ ਸਕਦੇ, ਤੇ ਭੁੱਖੇ ਹੀ ਮਰਨਾ ਪਊਗਾ। ਨਿੱਜੀ ਹੱਥਾਂ ਦੇ ਸਾਹਮਣੇ ਸਾਨੂੰ ਹੱਥ ਅੱਡਣੇ ਪੈਣੇ ਆ। ਲੋਕਤੰਤਰ ਤਾਂ ਮਰ ਹੀ ਚੁੱਕਿਆ, ਉਹ ਆਪਾਂ ਦੇਖ ਹੀ ਰਹੇ ਹਾਂ। ਜੇ ਹੁੰਦਾ ਤਾਂ ਹੁਣ ਕਾਨੂੰਨ ਰੱਦ ਹੁੰਦੇ ਔਰ ਅਸੀਂ ਆਪਣੇ ਆਪਣੇ ਘਰਾਂ ਦੇ ਵਿੱਚ ਬੈਠੇ ਹੁੰਦੇ। ਪਰ ਜਿਹੜੀ ਗੱਲ ਇਹ ਹੈ ਵੀ ਸਰਕਾਰਾਂ ਪਤਾ ਨਹੀਂ ਕਿੱਥੇ ਸੁੱਤੀਆਂ ਬੈਠੀਆਂ ਨੇ, ਕੀ ਸੋਚ ਰਹੀਆਂ ਨੇ। ਸ਼ਰਮ ਸਾਨੂੰ ਆਉਂਦੀ ਹੈ, ਉਹ ਸ਼ਾਇਦ ਉਹਨਾਂ ਦੀ ਸ਼ਰਮ ਮਰ ਚੁੱਕੀ ਆ, ਕੀ ਕਹਿ ਸਕਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੀ ਹਮੇਸ਼ਾ ਇੱਥੇ ਪਹੁੰਚਦੇ ਹੋ, ਹਮੇਸ਼ਾ ਖੜੇ ਹੁੰਦੇ ਹੋ। ਸੋ ਸਭ ਤੋਂ ਪਹਿਲਾਂ ਤਾਂ ਇਹ ਚੀਜ਼ ਦੱਸੋ ਕਿ ਕਹਿੰਦੇ ਸੀ ਮਹਿੰਗਾਈ ਘਟ ਜਾਏਗੀ, ਮਹਿੰਗਾਈ ਘਟੀ ਆ? ਸਾਹਮਣੇ ਹੀ ਆ, ਤੁਹਾਡੇ ਸਾਹਮਣੇ ਹੀ ਆ, ਵਧੀ ਆ ਸਗੋਂ, ਘਟੀ ਤਾਂ ਨਹੀਂ ਆ। 7 ਸਾਲ ਹੋ ਗਏ ਆ ਬੀਜੇਪੀ ਸਰਕਾਰ ਨੂੰ ਸੱਤਾ ਵਿੱਚ ਆਏ ਹੋਏ। 7 ਸਾਲਾਂ 'ਚ ਤੁਹਾਨੂੰ ਕੀ ਲੱਗਦਾ ਕਿਹੜਾ ਕਿਹੜਾ ਕੰਮ ਵਧੀਆ ਕੀਤਾ ਸਰਕਾਰ ਨੇ? ਕੋਈ ਵਧੀਆ ਨਹੀਂ ਕੀਤਾ, ਸਾਰੇ ਸੱਤੇ ਹਨ ਅਸੀਂ ਕੀਤਾ। ਕੋਈ ਇੱਕ ਵਧੀਆ ਕੰਮ ਤੁਹਾਨੂੰ ਲੱਗਦਾ ਕਿ ਹਾਂ ਇਹ ਚੀਜ਼ ਵਧੀਆ, ਕਿ ਕੁਝ ਵੀ ਨਹੀਂ ਹੈ? ਸਾਡੇ ਹਿਸਾਬ ਨਾਲ ਤਾਂ ਨਹੀਂ ਆ। ਸਾਡੇ ਹਿਸਾਬ ਨਾਲ ਤਾਂ ਬਿਲਕੁਲ ਵੀ ਵਧੀਆ ਹੀ ਨਹੀਂ ਕੀਤਾ। ਪਹਿਲਾਂ ਸ਼ੁਰੂ 'ਚ ਤਾਂ ਲੱਗਦਾ ਸੀ ਵੀ ਕੁਝ ਕਰੂਗਾ, ਪਰ ਕੁਝ ਨਹੀਂ ਕੀਤਾ। ਵਾਅਦੇ ਜ਼ਿਆਦਾ ਕਰ ਲਏ, ਕੀਤਾ ਕੁਝ ਨਹੀਂ। ਵਾਅਦਿਆਂ ਦੀ ਗੱਲ ਕੀਤਾ, ਸਾਰੀਆਂ ਸਰਕਾਰਾਂ ਵਾਅਦੇ ਬੜੇ ਕਰਦੀਆਂ ਨੇ, ਪੂਰੇ ਕਰਦੀਆਂ ਸਰਕਾਰਾਂ ਕਦੇ ਵਾਅਦੇ? ਵਾਅਦੇ ਨਹੀਂ ਕਰਦੀਆਂ, ਪਹਿਲਾਂ ਕਰਦੀਆਂ ਆ ਵੋਟਾਂ ਲੈਣ ਵਾਸਤੇ, ਫਿਰ ਬਾਅਦ ਚੋਂ ਕਰਦੀਆਂ ਹੀ ਨਹੀਂ। ਵਾਅਦੇ ਕਿੱਥੇ ਕਰਦੀਆਂ ਪੂਰੇ, ਜਨਤਾ ਨੂੰ ਬੇਵਕੂਫ ਬਣਾਉਂਦੀਆਂ। ਹੁਣ ਤਾਂ ਅਵੇਅਰ ਹੋ ਗਏ, ਸਾਰਿਆਂ ਨੂੰ ਪਤਾ ਲੱਗੇ ਗਿਆ। ਤੁਸੀਂ ਉਮੀਦ ਲਗਾਈ ਹੋਈ ਸੀ ਬੀਜੇਪੀ ਸਰਕਾਰ ਨਾਲ ਕਿ ਵਾਅਦੇ ਪੂਰੇ ਕੀਤੇ ਜਾਣਗੇ? ਪਹਿਲੇ ਤਾਂ ਉਮੀਦਾਂ ਤਾਂ ਅਸੀਂ ਦੁਆਰਾ ਚੁਣਿਆ, ਉਮੀਦਾਂ ਤਾਂ ਸੀ ਆ ਵੀ ਜ਼ਿਆਦਾ ਵਾਅਦੇ ਕਰ ਲੈਣਗੇ, ਤਾਂ ਵਾਅਦੇ ਪੂਰੇ ਨਹੀਂ ਕੀਤੇ ਤਾਂ ਉਮੀਦ ਉੱਪਰ ਪਾਣੀ ਫਿਰ ਗਿਆ। ਕੀ ਲੱਗਦਾ ਫਿਰ ਲੋਕਾਂ ਨੇ ਦੁਬਾਰਾ ਗਲਤੀ ਕਿਉਂ ਕੀਤੀ ਸਰਕਾਰ ਨੂੰ ਸੱਤਾ 'ਚ ਲਿਆ ਕੇ? ਹਾਂ, ਗਲਤੀ ਬਹੁਤ ਬੜੀ ਕਰ ਲਈ ਆ, ਪਰ ਹੁਣ ਨਹੀਂ ਆਉਂਦੀ ਬੀਜੇਪੀ, ਹੁਣ ਤਾਂ ਫਲਾਪੇ ਸ਼ੋ ਹੋ ਜਾਣਾ। ਤਾਂ ਕਿਵੇਂ ਦੇਖਦੇ ਹੋ ਕਿੱਦਾਂ ਦੀ ਸਰਕਾਰ ਲੈ ਕੇ ਆਣੀ ਹੁਣ ਅੱਗੇ? ਹੁਣ ਦੇਖੋ ਜਿਹੜੀ ਚੰਗੀ ਤਰ੍ਹਾਂ ਚੱਲੇ, ਪਹਿਲੇ ਤਾਂ ਕਾਨੂੰਨ ਰੱਦ ਕਰਾਵੇ, ਉਹੀ ਆਊਗੀ ਸਰਕਾਰ। ਸੋ ਇੱਥੇ ਰੋਜ਼ ਆ ਕੇ ਕੋਈ ਜ਼ਿੰਦਗੀ 'ਚ ਫਰਕ ਲੱਗਦਾ ਤੁਹਾਨੂੰ ਆਪਣੀ 'ਚ, ਕਿਉਂਕਿ ਫਰਕ ਪਿਆ ਹੋਵੇ? ਜ਼ਿੰਦਗੀ 'ਚ ਫਰਕ ਤਾਂ ਹੈਗਾ ਆ, ਪਤਾ ਲੱਗਦਾ ਆ, ਬਾਹਰ ਨਿਕਲ ਕੇ ਬਹੁਤ ਕੁਝ ਪਤਾ ਲੱਗਦਾ ਹੈ। ਹਾਂਜੀ ਬਹੁਤ ਕੁਝ ਪਤਾ ਲੱਗਦਾ ਬਾਹਰ ਨਿਕਲ ਕੇ। ਤਾਂ ਹੁਣ ਪਤਾ ਲੱਗ ਰਿਹਾ ਵੀ ਸਾਡੇ ਨਾਲ ਕੀ ਅਨਿਆਂ ਹੋ ਰਿਹਾ ਆ, ਕਿਸਾਨ ਵੀਰਾਂ ਨਾਲ ਕਿੰਨਾ ਅਨਿਆਂ ਹੋ ਰਿਹਾ ਆ। ਇਸ ਕਰਕੇ ਕਰ ਦਿੱਤੇ ਆ, ਸਰ ਘਰਾਂ ਚੋਂ ਕੱਢ ਕੇ ਰੋਡ ਤੇ ਖੜੇ ਕਰ ਦਿੱਤੇ, ਸੜਕਾਂ ਤੇ ਉਹਨਾਂ ਨੇ ਡੇਰੇ ਡਾਲੇ ਹੋਆ। ਦੇਖੋ ਉੱਥੇ ਕਿੱਥੇ ਗਏ ਹੋਏ ਆ, ਦੇਖੋ ਕਿੱਦਾਂ ਬਜ਼ੁਰਗ ਬੈਠੇ ਆ। ਸਾਡਾ ਤਾਂ ਚਲੋ ਕੋਈ 2 ਘੰਟੇ ਅਸੀਂ ਖੜਕੇ ਹੋਏ ਚਲ ਜਾਂਦੇ ਆ। ਜਿਹੜੇ ਦਿੱਲੀ ਘਰ ਛੱਡ ਕੇ ਬੈਠੇ ਆ, ਹਾਂਜੀ। ਕਿੰਨੇ ਕੁ ਮਰੇ ਆ। ਪਰ ਜਦੋਂ ਅੰਦੋਲਨ ਦੀ ਸ਼ੁਰੂਆਤ ਹੋਈ ਸੀ ਉਦੋਂ ਇਹ ਚੀਜ਼ ਲੱਗੀ ਸੀ ਕਿ ਅੰਦੋਲਨ ਇੰਨਾ ਲੰਬਾ ਚੱਲੇਗਾ? ਨਹੀਂ ਲੱਗਦਾ ਨਹੀਂ ਸੀ, ਅਸੀਂ ਕਿ 26 ਜਨਵਰੀ ਤੱਕ ਹੋ ਜਾਊਗਾ। 26 ਜਨਵਰੀ ਤੱਕ ਤਾਂ ਉਮੀਦ ਸੀਗੀ, ਫਿਰ ਤਾਂ ਇਹਨਾਂ ਨੇ ਪਾਸਾ ਹੀ ਚੇਂਜ ਕਰ ਦਿੱਤਾ। ਹੋਰੇ ਕਹਾਣੀ ਬਣਾਤੀ 26 ਜਨਵਰੀ ਝੰਡੇ ਦਾ ਹੋ ਗਿਆ ਤਾਂ ਗਲਤ ਕਰ ਲਿਆ। ਹੋਰੇ ਪਾਸੇ ਲਿਆ ਕੇ ਅੰਦੋਲਨ ਖਰਾਬ ਕਰਨ ਵਾਸਤੇ ਕੀਤਾ, ਹੋਰ ਤਾਂ ਕੋਈ ਇਦਾਂ ਦੀ ਗੱਲਬਾਤ ਹੈ ਨਹੀਂ ਸੀ। ਸ਼ਾਂਤੀ ਚੱਲ ਰਹੀ ਹੈ ਉਦੋਂ ਵੀ, ਹੁਣ ਵੀ ਸ਼ਾਂਤੀ ਨਾਲ ਚੱਲ ਰਿਹਾ। ਹੁਣ ਵੀ 2 ਘੰਟੇ ਅਸੀਂ ਖੜੇ ਹੋ ਕੇ ਚੱਲ ਜਾਂਦੇ ਹਾਂ। ਸ਼ੁਰੂ ਤੇ ਤੁਹਾਨੂੰ ਲੱਗਾ ਸੀ ਕਿ 26 ਤੱਕ ਮਸਲੇ ਦਾ ਹੱਲ ਹੋ ਜਾਏਗਾ, ਪਰ ਕਦੀ ਇਹ ਚੀਜ਼ ਸੋਚੀ ਸੀ ਕਿ ਸਾਨੂੰ ਵੀ ਸੜਕਾਂ ਤੇ ਖੜਨਾ ਪੈ ਜਾਊ, ਇੱਥੇ ਇੰਨਾ ਜ਼ਿਆਦਾ ਅੰਦੋਲਨ ਤਿੱਖਾ ਹੋਏਗਾ? ਸੋਚਿਆ ਨਹੀਂ ਸੀ, ਫਿਰ ਅਖੀਰ ਮਜਬੂਰ ਹੋ ਕੇ ਕਰਨਾ ਪਿਆ। ਜੇ ਉਹਨਾਂ ਦਾ ਸਾਥ ਦੇਵਾਂਗੇ ਕਿਸਾਨ ਵੀਰਾਂ ਦਾ, ਆਪਣਿਆਂ ਦਾ, ਅਸੀਂ ਤਾਂ ਸਾਡੀ ਵੀ ਬੱਚਿਆਂ ਦੀ ਵੀ ਜ਼ਿੰਦਗੀ ਸਹੀ ਰਹੂਗੀ। ਸਾਡੀ ਤਾਂ ਨਿਕਲੇ ਗਈ ਹੈ ਜਿਹੜੀ ਨਿਕਲਣੀ ਹੈ, ਬੱਚਿਆਂ ਦੀ ਜ਼ਿੰਦਗੀ ਸਹੀ ਰਹੂਗੀ ਨਾ। ਜ਼ਮੀਨਾਂ ਜੂਨਾਂ ਦੇ ਕਬਜ਼ੇ ਆਪਣੇ ਇਹਨਾਂ ਦੇ ਹੋ ਜਾਣੇ, ਨਹੀਂ ਤਾਂ ਸਾਰੇ ਕੁਝ ਹੋ ਜਾਣਾ। ਮਹਿੰਗਾਈ ਵਾਧੂ ਹੋ ਜਾਣੀ ਆ, ਹੁਣ ਵੀ ਹੋ ਰਹੀ ਆ। ਤੇਲ ਵੀ ਮਹਿੰਗਾ ਹੋ ਗਿਆ, ਸਾਰਾ ਕੁਝ ਹੀ ਮਹਿੰਗਾ ਹੋਈ ਜਾ ਰਿਹਾ। ਤਾਂ ਵਿਚਾਰੇ ਘਰ ਛੱਡ ਕੇ ਕਿੰਨੇ ਬੈਠੇ ਹੋਏ ਆ। 6 ਮਹੀਨੇ ਪੂਰੇ ਹੋ ਗਏ ਉਹਨਾਂ ਦੇ, ਤਾਂ ਕੋਈ ਅਜੇ ਚਾਂਸ ਲੱਗ ਤਾਂ ਨਹੀਂ ਰਿਹਾ। ਲੰਬਾ ਹੀ ਚੱਲੂਗਾ ਇਹ ਤਾਂ ਲੱਗਦਾ, ਕੋਈ ਚਾਂਸ ਨਹੀਂ ਲੱਗ ਰਿਹਾ। ਹਾਂ, ਸੋ ਮਹਿਲਾਵਾਂ ਦਾ ਕਿਵੇਂ ਯੋਗਦਾਨ ਦੇਖਦੇ ਹੋ? ਬੀਬੀਆਂ ਬੜੀਆਂ ਨਜ਼ਰ ਆਉਂਦੀਆਂ ਨੇ, ਹਰ ਜਗ੍ਹਾ ਤੇ ਖੜੀਆਂ ਨੇ। ਕੰਮ ਪਹਿਲਾਂ ਕਹਿੰਦੇ ਸਾਡੇ ਘਰਾਂ ਦੇ ਕੰਮ ਹੀ ਨਹੀਂ ਖਤਮ ਹੁੰਦੇ, ਪਰ ਹੁਣ ਤਾਂ ਰੋਜ਼ ਜਿਹੜਾ ਕੰਮ ਖਤਮ ਹੋ ਜਾਂਦੇ ਆ ਜਾਂਦੇ ਨੇ।
ਬੀਬੀਆਂ ਸਾਥ ਦਿੰਦੀਆਂ ਹਰ ਇੱਕ ਜਗ੍ਹਾ। ਜੋ ਕਿਸੇ ਵੀ ਕਾਮਯਾਬ ਆਦਮੀ ਦੇ ਪਿੱਛੇ ਔਰਤ ਦਾ ਹੱਥ ਹੁੰਦਾ ਆ। ਹੁਣ ਵੀ ਕਿਸਾਨਾਂ ਦੇ ਪਿੱਛੇ, ਕਿਸਾਨ ਵੀਰਾਂ ਦੇ ਪਿੱਛੇ ਉਹਨਾਂ ਦੀਆਂ ਭੈਣਾਂ ਵੀ ਮਾਵਾਂ ਦਾ ਹੱਥ ਹੈ ਤੇ ਉਹ ਵੀ ਕਾਮਯਾਬ ਹੋਣਗੇ। ਗੁਰੂ ਨਾਨਕ ਦੇਵ ਜੀ ਕਹਿ ਗਏ ਆ, ਸੋ ਕੇ ਮੰਦਾ ਆਖੇ ਜਿੱਤ ਜੰਮੇ ਰਜਾਨ। ਬੀਬੀਆਂ ਨੂੰ ਦਿੱਤੀ ਐ ਇੰਨੀ ਦੂਸਰੀ ਤਾਂ ਸਾਨੂੰ ਵੀ ਮੋਹਰੇ ਹੋ ਕੇ ਕਰਨਾ ਚਾਹੀਦਾ, ਸਾਥ ਦੇਣਾ ਚਾਹੀਦਾ। ਜੇ ਸਾਨੂੰ ਇੰਨੀਆਂ ਜ਼ਿੰਮੇਵਾਰ ਦਿੱਤੀਆਂ, ਜਨਾਨੀਆਂ ਵੀ ਬਰਾਬਰ ਗੱਡੀ ਦੇ ਪਹੀਏ ਆ, ਤਾਂ ਹੀ ਗੱਡੀ ਚੱਲਦੀ ਹੈ। ਸਪੋਰਟ ਬਰਾਬਰ ਕਰਦੀਆਂ। ਜੀ ਬਿਲਕੁਲ ਸੋ ਇਹ ਆ ਕਿ ਮਹਿਲਾਵਾਂ ਦਾ ਯੋਗਦਾਨ ਪੂਰਾ ਹੈ, ਮਹਿਲਾਵਾਂ ਦੀ ਸਪੋਰਟ ਜਿਹੜੀ ਆ ਉਹ ਪੂਰੀ ਆ ਜੀ। ਹਾਂਜੀ, ਬੱਚੇ ਵੀ ਦੇਖ ਲਓ ਕਿੱਦਾਂ ਆਏ ਹੋਏ ਆ। ਸਾਡਾ ਬੇਟਾ ਆ 7ਵੀਂ 'ਚ ਪੜ੍ਹਦਾ ਹੈ ਬੇਟਾ, ਉਹ ਵੀ ਰੋਜ਼ ਆਉਂਦਾ ਆ। ਤਾਂ ਸਾਰੇ ਦੇ ਰਹੇ ਸਾਥ, ਬਜ਼ੁਰਗ ਬੱਚੇ ਸਾਰੇ ਦੇ ਰਹੇ।